गुरु माहे समाना। एह बाणी जो जियों जाने, तिस अंतर रवै हर नाम। बाणी गुरु गुरु है बाणी, विच बाणी अमृत सारे। गुर बाणी कहे सेवक जन मानै। परतख गुरु निस्तारे। बाणी बिरलो विचारसी, जे को गुरमुख होए। एह बाणी महापुरख की, निज कर वासा होए। सालाही सालाह एती सूरत न पाइया। नदियाँ अतैवा पवै समुंद न जानिए। समुंद शाह सुल्तान गिरहा सेती माल धन। कीड़ी तुल ना होवणी, जे तिस मनो ना विसरै। समुंद शाह सुल्तान गिरहा सेती माल धन। कीड़ी तुल ना होवणी, जे तिस मनो ना विसरै। वाहिगुरु जी का खालसा, वाहिगुरु जी की फतेह। जपजी साहिब जी दी ये 13वीं पौड़ी है, जिसका पाठ आप जी ने सरवण किया है। इसकी विचार भाई निरभै सिंह जीओ आप जी नूं सरवण करवाउणगे। एक दिन का उन्हां दा समा है साडे पास। प्रबंधक सेवादारां वल्लों भाई साहब जी का धन्नवाद। पंजवें पातशाह गुरु अर्जन देव महाराज जी का शहीदी गुरपुरब 3 तरीक नूं है।
ਜੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਮਨਾਇਆ ਜਾਵੇਗਾ। 1984 ਦੇ ਵਿੱਚ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ, ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ, ਉਹਨਾਂ ਸ਼ਹੀਦਾਂ ਦੀ ਯਾਦ ਵਿੱਚ 2 ਤਰੀਕ ਨੂੰ ਸਵੇਰੇ 11 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ। 4 ਜੂਨ ਨੂੰ ਭੋਗ ਪੈਣਗੇ। ਉਪਰੰਤ ਕੀਰਤਨ, ਪੰਥਕ ਵਿਚਾਰਾਂ ਅਤੇ ਸੰਗਤੀ ਜੁਗਤ ਵਿੱਚ ਅਰਦਾਸ ਹੋਵੇਗੀ। ਉਹਨਾਂ ਸਿੰਘ ਸਿੰਘਣੀਆਂ ਬੱਚਿਆਂ ਦੀ ਯਾਦ ਵਿੱਚ ਆਪ ਜੀ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ। ਗੁਰਮੁਖੀ ਪੰਜਾਬੀ ਪੜ੍ਹਾਉਣ ਵਾਸਤੇ, ਧਰਮ ਦੀ ਮੁੱਢਲੀ ਜਾਣਕਾਰੀ ਦੇਣ ਵਾਸਤੇ ਗੁਰਮਤ ਕੈਂਪ 4 ਤਰੀਕ ਤੋਂ ਆਰੰਭ ਹੋਣਗੇ ਔਰ 25 ਜੂਨ ਤੱਕ ਦਿੱਲੀ ਦੀਆਂ ਵੱਖ-ਵੱਖ ਸਿੰਘ ਸਭਾਵਾਂ ਦੇ ਵਿੱਚ ਲੱਗਣਗੇ। ਕੋਈ ਵੀ ਸਭਾ, ਸੁਸਾਇਟੀ, ਗੁਰਦੁਆਰਾ ਇਸ ਕੈਂਪ ਨੂੰ ਲਗਵਾਉਣਾ ਚਾਹੁੰਦਾ ਹੋਵੇ, ਉਹਨਾਂ ਨੂੰ ਬੇਨਤੀ ਹੈ ਧਰਮ ਪ੍ਰਚਾਰ ਕਮੇਟੀ ਨਾਲ ਆਪ ਜੀ ਜ਼ਰੂਰ ਸੰਪਰਕ ਕਰੋ। ਅੰਮ੍ਰਿਤ ਸੰਚਾਰ ਅੱਜ 11 ਵਜੇ ਹੋਵੇਗਾ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਵਲੰਟੀਅਰ ਸੇਵਾ ਦੇ ਵਿੱਚ ਆਪ ਜੀ ਜ਼ਰੂਰ ਸ਼ਾਮਲ ਹੋਵੋ। ਆਧਾਰ ਕਾਰਡ ਦੀ ਕਾਪੀ ਦੇ ਕੇ ਆਪ ਜੀ ਕਾਰਡ ਬਣਵਾ ਸਕਦੇ ਹੋ, ਪਰ ਇੱਕ ਬੇਨਤੀ ਹੈ ਕਿ ਰਾਸ਼ਨ ਕਾਰਡ ਨਹੀਂ ਹੈ ਕਿ ਸਸਤੀ ਖੰਡ, ਚਾਵਲ, ਆਟਾ, ਦਾਲ ਮਿਲੇਗੀ। ਇਹ ਤਾਂ ਸੇਵਾ ਦਾ ਕਾਰਡ ਹੈ ਭਾਈ। ਜਿਨ੍ਹਾਂ ਨੇ ਬਣਾਏ ਨੇ, ਮੇਰੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੇ ਕਾਰਡ ਜਾਰੀ ਹੋਏ ਨੇ ਉਹਨੇ ਵਲੰਟੀਅਰ ਆਉਂਦੇ ਨਹੀਂ ਸੇਵਾ ਦੇ ਵਿੱਚ। ਸੋ ਜੇ ਕਾਰਡ ਤੁਸੀਂ ਰੱਖਣੇ ਨੇ ਤਾਂ ਆ ਕੇ ਸੇਵਾ ਵੀ ਘੱਟੋ ਘੱਟ ਹਫ਼ਤੇ 'ਚ 1 ਦਿਨ ਜ਼ਰੂਰ ਕਰੋ, ਨਹੀਂ ਤਾਂ ਆਪ ਜੀ ਕਾਰਡ ਵਾਪਸ ਵੀ ਕਰ ਸਕਦੇ ਹੋ। ਇਹ ਕੋਈ ਆਇਡੈਂਟੀ ਕਾਰਡ ਨਹੀਂ ਹੈ ਜਿਹੜਾ ਤੁਹਾਡਾ ਏਅਰਪੋਰਟ 'ਤੇ ਕੰਮ ਆਏਗਾ। ਸੇਵਾ ਦਾ ਕਾਰਡ ਹੈ ਭਾਈ, ਸੇਵਾ ਦੀ ਜ਼ਿੰਮੇਵਾਰੀ ਹੈ। ਇਸ ਨੂੰ ਆਪਣੇ ਆਪ 'ਤੇ ਆਇਦ ਕਰੀਏ, ਸਾਰੇ ਰਲ ਮਿਲ ਕੇ ਗੁਰੂ ਦੀਆਂ ਖੁਸ਼ੀਆਂ ਲਈਏ। ਤੁਸੀਂ ਵੇਖ ਰਹੇ ਹੋ ਸਵੇਰ ਤੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਰੋਜ਼ ਆਉਂਦੀ ਹੈ। ਇੱਥੇ ਸੈਂਕੜੇ ਤੇ ਹਜ਼ਾਰਾਂ ਵਲੰਟੀਅਰ ਚਾਹੀਦੇ ਨੇ ਜੋ ਸੜਕ ਤੋਂ ਲੈ ਕੇ ਸਰੋਵਰ ਤੱਕ, ਦਰਬਾਰ ਤੱਕ ਜਿਹੜੇ ਨਵੇਂ ਪਰਿਵਾਰ ਆਉਂਦੇ ਨੇ, ਨਵੇਂ ਯਾਤਰੂ ਆਉਂਦੇ ਨੇ, ਅਸੀਂ ਉਹਨਾਂ ਨੂੰ ਦੱਸ ਸਕੀਏ ਸਿਰ ਕਿਵੇਂ ਢੱਕਣਾ ਹੈ, ਕਿੱਥੋਂ ਢੱਕਣਾ ਹੈ, ਸਰੋਵਰ ਦੀ ਕੀ ਮਹਾਨਤਾ ਹੈ। ਇਹ ਕੇਵਲ ਕੋਈ ਝੀਲ ਨਹੀਂ ਹੈ, ਕੋਈ ਤਲਾਬ ਨਹੀਂ ਹੈ। ਇਹ ਉਹ ਪਵਿੱਤਰ ਸਰੋਵਰ ਹੈ ਜਿੱਥੇ ਇਸ਼ਨਾਨ ਕੀਤਿਆਂ ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟਦੇ ਨੇ। ਸੋ ਇਹ ਸੇਵਾ ਬੜੀ ਪਵਿੱਤਰ ਸੇਵਾ ਹੈ ਭਾਈ। ਆਓ ਆਪਾਂ ਸਾਰੇ ਸੇਵਾ ਕਰੀਏ। ਹੁੰਦਾ ਕੀ ਹੈ ਕਿ ਅਸੀਂ 1-2 ਥਾਵਾਂ 'ਤੇ ਸਾਰੇ ਇਕੱਠੇ ਹੋ ਜਾਂਦੇ ਹਾਂ, ਫਿਰ ਸਾਡੀ ਵਾਰੀ ਵੀ ਨਹੀਂ ਆਉਂਦੀ। ਸੋ ਇਸ ਕਰਕੇ ਮੇਰੀ ਸਭ ਨੂੰ ਬੇਨਤੀ ਹੈ ਕਿ ਆਪਾਂ ਸੇਵਾ ਦੀ ਤੇ ਸਮੇਂ ਦੀ ਵੰਡ ਜਿਹੜੀ ਉਹ ਬੜੀ ਜ਼ਿੰਮੇਵਾਰੀ ਨਾਲ ਕਰੀਏ। ਅਗਲੇ ਸਮੇਂ ਵਾਸਤੇ ਆਪ ਜੀ ਗੁਰਬਾਣੀ ਵਿਚਾਰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।
ਗਹਾਂ ਹਉ ਮੀਆ ਤੇਰੀ ਕਬ ਨ ਬੜਾਈ ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਨ ਨਾ ਜਾਈ ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਬਰ ਛਤਰ ਤਖਤ ਦੇ ਮਾਲਕ ਜਗਦੀ ਜੋਤ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੜੇ ਹੀ ਪਿਆਰ ਸਾਹਿਤ ਬੈਠ ਕਰ ਪਾਵਨ ਪਵਿੱਤਰ ਸਥਾਨ ਬਾਲਾ ਪ੍ਰੀਤਮ ਅਸਤਮ ਬਲਵੀਰਾ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਤੇ ਪਾਵਨ ਪਵਿੱਤਰ ਅਸਥਾਨ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਨੂੰ ਸ਼ਰਵਣ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਆਪ ਜੀ ਧੰਤਾ ਦੇ ਯੋਗ ਹੋ ਜੋ ਕਿ ਬੜੇ ਹੀ ਪਿਆਰ ਸਾਹਿਤ ਨਿਤਾ ਪ੍ਰਤੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਕਰ ਪਿਆਰ ਸਾਹਿਤ ਚੱਲ ਰਹੀ ਲੜੀਵਾਰ ਵਿਚਾਰ ਨੂੰ ਆਪ ਜੀ ਸ਼ਰਵਣ ਕਰਦੇ ਹੋ। ਸੋ ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਇਲਾਹੀ ਬਾਣੀ ਜਪਜੀ ਸਾਹਿਬ ਜੋ ਕਿ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ। ਕੱਲ੍ਹ ਦੇ ਪ੍ਰਸੰਗ ਦੇ ਅੰਦਰ 22 ਨੰਬਰ ਪੌੜੀ ਦੀ ਵਿਚਾਰ ਕੀਤੀ ਗਈ ਸੀ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਅੱਜ ਜੋ 23 ਨੰਬਰ ਪੌੜੀ ਹੈ, ਜਿਨ੍ਹਾਂ ਦਾ ਮੂਲ ਪਾਠ ਆਪ ਜੀ ਨੇ ਸਿੰਘ ਸਾਹਿਬਾਨ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਦੇ ਪਾਸੋਂ ਸ਼ਰਵਣ ਕੀਤਾ ਹੈ। ਸੋ ਆਓ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਸਤਿਗੁਰੂ ਜੀ ਆਪ ਜੀ ਨਿਮਾਣੀ ਤੇ ਮਿਹਰ ਭਰਿਆ ਹੱਥ ਰੱਖ ਕੇ
ਆਪਣੀ ਇਲਾਹੀ ਬਾਣੀ ਦੀ ਵਿਚਾਰ ਆਪ ਕਰਵਾ ਲੈਣੀ। ਸੋ ਅੱਜ ਦੀ ਜੋ 23 ਨੰਬਰ ਪੌੜੀ ਹੈ, ਇਸ ਪੌੜੀ ਦੇ ਅੰਦਰ ਤਿੰਨ ਗੱਲਾਂ ਬੜੀਆਂ ਅਹਿਮ ਨੇ, ਜਿਨ੍ਹਾਂ ਦੇ ਅੰਦਰ ਇੱਕ ਨੰਬਰ ਅਕਾਲ ਪੁਰਖ ਵਾਹਿਗੁਰੂ ਦੀ ਵਸਾਲਤ ਹੈ। ਦੂਸਰੇ ਨੰਬਰ 'ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਸਮਾ ਜਾਣਾ ਹੈ, ਅਤੇ ਤੀਜੇ ਨੰਬਰ 'ਤੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾ ਜਾਂਦਾ ਹੈ, ਅਕਾਲ ਪੁਰਖ ਵਾਹਿਗੁਰੂ ਅੰਦਰ ਸਮਾ ਜਾਂਦਾ ਹੈ, ਅਤੇ ਉਸ ਦੀ ਹਸਤੀ ਵੀ ਕਿੱਡੀ ਵੱਡੀ ਬਣ ਜਾਂਦੀ ਹੈ, ਕਿੰਨੀ ਸਤਿਕਾਰਯੋਗ ਬਣ ਜਾਂਦੀ ਹੈ। ਸੋ ਆਓ ਤਿੰਨੇ ਪੱਖਾਂ ਨੂੰ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਗਈ ਬਾਣੀ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰੀਏ। ਜਿੰਨੇ ਆਪ ਜੀ ਸਰੀਰ ਕਰਕੇ ਬੈਠੇ ਹੋ, ਮਨ ਕਰਕੇ ਬੈਠੀਏ। ਸਾਰੀ ਸੰਗਤ ਪਿਆਰ ਸਾਹਿਤ ਫਤਿਹ ਪ੍ਰਵਾਨ ਕਰਿਓ ਜੀ। ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲਾਹੀ ਸਲਾਹੇ ਏਤੀ ਸੁਰਤ ਨਾ ਪਾਈਆ। ਸਲਾਹੀ ਦਾ ਅਰਥ ਹੁੰਦਾ ਹੈ ਸਲਾਹਣ ਯੋਗ। ਹੁਣ ਜਦੋਂ ਆਪਾਂ ਯੋਗ ਦੇ ਅਰਥ ਕਰਦੇ ਹਾਂ ਤਾਂ ਯੋਗ ਦਾ ਅਰਥ ਹੈ ਯੋਗਤਾ। ਸਤਿਗੁਰੂ ਜੀ ਕਹਿੰਦੇ ਹੈ ਵੀ ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣ ਲੱਗਾ, ਇਸ ਗੱਲ ਦਾ ਖਿਆਲ ਰੱਖੀ ਵੀ ਉਹਦੇ ਵਿੱਚ ਕੀ ਯੋਗਤਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਵਾਣੀ ਕੇ ਬੋਹਿਥਾ। ਸਤਿਗੁਰੂ ਜੀ ਕਹਿੰਦੇ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ 'ਤੇ ਬੜੀਆਂ ਵੱਡੀਆਂ ਬਖਸ਼ਿਸ਼ਾਂ ਕਰਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਅਸੀਂ 36 ਪ੍ਰਕਾਰ ਦੇ ਭੋਜਨ ਛਕ ਰਹੇ ਹਾਂ। ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਆਪਾਂ ਆਪਣੇ ਤਨ ਉੱਤੇ ਸੋਹਣੇ ਕੱਪੜੇ ਪਹਿਨ ਰਹੇ ਹਾਂ। ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਅਸੀਂ ਬੜੀ ਆਰਾਮ ਦੀ ਜ਼ਿੰਦਗੀ ਜੀ ਰਹੇ ਹਾਂ। ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਸਤਿਗੁਰੂ ਜੀ ਕਹਿੰਦੇ ਖੁਸ਼ੀਆਂ ਭਰਿਆ ਜੀਵਨ ਹੈ ਸਾਡਾ ਗੁਜ਼ਰ ਰਿਹਾ ਹੈ। ਸਤਿਗੁਰੂ ਸੁਖਮਨੀ ਸਾਹਿਬ ਦੇ ਅੰਦਰ ਬਖਸ਼ਿਸ਼ ਕਰਦੇ ਹੈ। ਸਤਿਗੁਰੂ ਜੀ ਕਹਿੰਦੇ ਹੈ ਜਿਹੇ ਪ੍ਰਸ਼ਾਦ ਰੰਗ ਰਸ ਭੋਗ ਨਾਨਕ ਧਿਆਈਐ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਹੁਣ ਜਿਹੜਾ ਧਿਆਉਣ ਯੋਗ ਹੈ ਉਸੇ ਨੂੰ ਹੀ ਧਿਆਉਣਾ ਕਰ। ਸਲਾਹ ਦਾ ਅਰਥ ਹੁੰਦਾ ਸਿਫਤ ਕਰਨਾ, ਵਡਿਆਈ ਕਰਨੀ, ਸੋਭਾ ਕਰਨੀ, ਮਹਿਮਾ ਕਰਨੀ। ਪਰ ਸਤਿਗੁਰੂ ਜੀ ਕਹਿੰਦੇ ਹੈ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੋ ਯੋਗ ਹੈ ਧਿਆਉਣ ਦੀ, ਸਲਾਹੁਣ ਦੀ, ਤੋ ਉਸ ਨੂੰ ਛੱਡ ਕੇ ਕਿਤੇ ਕਬਰਾਂ 'ਤੇ ਜਾ ਰਹੇ ਹੈ, ਕਿਤੇ ਮੱਠਾਂ 'ਤੇ ਜਾ ਰਿਹਾ, ਕਿਤੇ ਤੋਂ ਜਠੇਰਿਆਂ ਨੂੰ ਪੂਜ ਰਹੇ ਹਾਂ, ਕਿਤੇ ਤੋਂ ਮੜੀਆਂ ਨੂੰ ਪੂਜ ਰਹੇ ਹਾਂ, ਜਿਸ ਨੂੰ ਅਸੀਂ ਇੰਝ ਕਹਿੰਦੇ ਹਾਂ। ਸਤਿਗੁਰੂ ਜੀ ਕਹਿੰਦੇ ਆ ਸਿਫਤ ਸਲਾਹਣ ਛੱਡ ਕੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਨੂੰ ਛੱਡ ਕੇ ਕਰੰਗੀ ਲੱਗੇ ਹੰਸ। ਕਹਿੰਦੇ ਭਾਈ ਤੂੰ ਨੀਵੀਂ ਬਿਰਤੀ ਆਪਣੀ ਧਾਰਨ ਕਰ ਲਈ ਹੈ ਅਤੇ ਨੀਵੇਂ ਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਹੈ। ਇਸੇ ਲਈ ਪਹਿਲੀ ਬੇਨਤੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਸਿਵਾਏ ਦੂਜਾ ਕੋਈ ਨਹੀਂ। ਤੇ ਪਿਆਰਿਓ ਦੂਸਰਾ ਸ਼ਬਦ ਆਉਂਦਾ ਹੈ ਸਲਾਹੀ। ਪਹਿਲੇ ਸ਼ਬਦ ਦੀ ਆਪਾਂ ਅਰਥ ਕੀਤੇ ਹੈ ਸਲਾਹੀ, ਭਾਵ ਸਲਾਹੁਣ ਯੋਗ ਪਰਮਾਤਮਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ। ਤੇ ਜਿਸ ਦਿਨ ਇਹ ਗੱਲ ਦੀ ਸਮਝ ਲੱਗ ਜਾਵੇ ਉਸ ਦਿਨ ਤੋਂ ਬਾਅਦ ਕਦੇ ਕੋਈ ਮੜੀ ਤੇ ਮੱਥਾ ਨਹੀਂ ਟੇਕਣਾ,
ਕਦੇ ਕਿਸੇ ਮੱਠ ਤੇ ਮੱਥਾ ਨਹੀਂ ਟੇਕਣਾ, ਕਦੇ ਕਿਸੇ ਪਿਆਰਿਓ ਸ਼ਮਸ਼ਾਨ ਘਾਟ ਵਿੱਚ ਜਾ ਕੇ ਮੱਥੇ ਨਹੀਂ ਟੇਕਣੇ। ਸਤਿਗੁਰੂ ਜੀ ਕਹਿੰਦੀ ਹੈ ਨਾ ਕਬਰਾਂ ਨੂੰ ਪੂਜਣਾ, ਅਕਾਲ ਪੁਰਖ ਵਾਹਿਗੁਰੂ ਸਲਾਹੁਣ ਯੋਗ ਹੈ, ਤੂੰ ਉਸ ਦੀ ਵਡਿਆਈ ਕਰਿਆ ਕਰ। ਦੂਸਰਾ ਸ਼ਬਦ ਆਉਂਦਾ ਸਲਾਹੇ, ਸਿਫਤ। ਤੇ ਪਿਆਰਿਓ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਬਚਨ ਕਰਦੇ ਆ ਜਪਜੀ ਸਾਹਿਬ ਦੇ ਅੰਦਰ। ਸਤਿਗੁਰੂ ਜੀ ਕਹਿੰਦੀ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਿਆ ਕਰ। ਪਰ ਮੈਨੂੰ ਮਾਫ ਕਰਿਓ, ਅੱਜ ਅੰਮ੍ਰਿਤ ਵੇਲਾ ਹੀ ਪਿਆਰਿਓ ਅਸੀਂ ਇਸ ਤਰੀਕੇ ਦੇ ਨਾਲ ਬਿਆਨ ਕਰਨ ਲੱਗੇ ਹਾਂ ਕਿ ਭਾਈ ਜਦੋਂ ਵੀ ਬਾਣੀ ਪੜ੍ਹ ਲਓਗੇ ਅੰਮ੍ਰਿਤ ਵੇਲਾ ਹੈ। ਪਰ ਮੈਂ ਇੱਕ ਬੇਨਤੀ ਕਰਾਂਗਾ, ਅਕਾਲ ਪੁਰਖ ਵਾਹਿਗੁਰੂ ਨੇ ਇੱਕ ਸ੍ਰਿਸ਼ਟੀ ਦੀ ਰਚਨਾ ਕਰਕੇ ਇੱਕ ਨਿਯਮ ਬਣਾ ਦਿੱਤਾ ਹੈ। ਉਹ ਨਿਯਮ ਕੀ ਹੈ ਪਿਆਰਿਓ? ਅੰਮ੍ਰਿਤ ਵੇਲੇ ਫੁੱਲ ਖਿੜਦੇ ਨੇ, ਅੰਮ੍ਰਿਤ ਵੇਲੇ ਪੰਛੀਆਂ ਦਾ ਚੀਕਣਾ ਹੈ। ਜਦੋਂ ਆਪਾਂ ਜਾਨਵਰਾਂ ਨੂੰ ਵੇਖਦੇ ਹਾਂ, ਪੰਛੀਆਂ ਨੂੰ ਵੇਖਦੇ ਹਾਂ, ਚਿੜੀਆਂ ਦਾ ਚੀਕਣਾ ਹੈ ਅੰਮ੍ਰਿਤ ਵੇਲੇ ਦਾ। ਪਿਆਰਿਓ ਅੰਮ੍ਰਿਤ ਵੇਲੇ ਫੁੱਲ ਖਿੜਦੇ ਨੇ। ਕਦੇ ਐਸਾ ਨਹੀਂ ਵੇਖਿਆ ਕਿ ਪਿਆਰਿਓ ਵਾਹ ਦੁਪਹਿਰ ਜਾ ਕੇ ਫੁੱਲ ਖਿੜੇ। ਇਹ ਸ੍ਰਿਸ਼ਟੀ ਦਾ ਇੱਕ ਨਿਯਮ ਹੈ ਤੇ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਨੂੰ ਹੀ ਮਹੱਤਤਾ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਅੰਮ੍ਰਿਤ ਵੇਲੇ ਉੱਠ ਕੇ ਕਰਿਆ ਕਰ, ਆਪਣੇ ਢੰਗ ਨਾਲ ਸਤਿਗੁਰੂ ਦੀ ਬਾਣੀ ਦੇ ਅਰਥ ਨਾ ਕਰਿਆ ਕਰ। ਪਿਆਰਿਓ ਅਗਲਾ ਸ਼ਬਦ ਹੈ, ਸਤਿਗੁਰੂ ਜੀ ਕਹਿੰਦੇ ਏਤੀ ਸੁਰਤ ਨਾ ਪਾਈਆ। ਏਤੀ ਭਾਵ ਸਾਡੀ ਜਿਹੜੀ ਸੁਰਤ ਹੈ, ਸਾਡਾ ਜਿਹੜਾ ਗਿਆਨ ਹੈ, ਸਾਡੀ ਜਿਹੜੀ ਬੁੱਧ ਹੈ, ਸਾਡੀ ਸਮਝ ਹੈ, ਉਹ ਬੜੀ ਛੋਟੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਬਰਾਬਰ ਤੇ। ਜੇਕਰ ਕੋਈ ਬੰਦਾ ਚਾਰ ਸ਼ਬਦ ਕਹਿ ਕੇ ਇਹ ਕਵੇ ਵੀ ਮੈਂ ਪ੍ਰਮਾਤਮਾ ਬਾਰੇ ਪੂਰਾ ਬਿਆਨ ਕਰ ਦਿੱਤਾ, ਸਤਿਗੁਰੂ ਜੀ ਕਹਿੰਦੇ ਬੜਾ ਵੱਡਾ ਝੂਠ ਹੈ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੂਰੇ ਰੂਪ ਵਿੱਚ ਬਿਆਨ ਨਹੀਂ ਕਰ ਸਕਦੇ। ਆਪਾਂ ਰੋਜ਼ ਸ਼ਬਦ ਪੜ੍ਹਦੇ ਹਾਂ ਕਿ ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਵਿੱਚ ਇੰਨੇ ਗੁਣ ਨੇ, ਤੇਰੀ ਏਡੀ ਵੱਡੀ ਹਸਤੀ ਹੈ ਕਿ ਤੇਰੇ ਕਾਵਣ ਕਾਵਣ ਗੁਣ ਕਹਿ ਕਹਿ ਗਾਵਾਂ। ਕਿਹੜੇ ਕਿਹੜੇ ਅਕਾਲ ਪੁਰਖ ਵਾਹਿਗੁਰੂ ਤੇਰੇ ਗੁਣਾਂ ਨੂੰ ਗਾਇਨ ਕਰਾਂ। ਤੇਰੇ ਕਾਵਣ ਕਾਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਛਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਮੇਰੇ ਵਾਹਿਗੁਰੂ ਤੇਰੇ ਗੁਣ ਬੜੇ ਨੇ। ਤੇ ਜਿਸ ਨੂੰ ਸਤਿਗੁਰੂ ਜੀ ਨੇ ਇੰਜ ਵੀ ਕਹਿ ਦਿੱਤਾ, ਸਤਿਗੁਰੂ ਜੀ ਕਹਿੰਦੇ ਹੈ, ਕਹਿੰਦੇ ਜਿਹਬਾ ਏਕ ਕਵਣ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ। ਤੇਰੋ ਅੰਤ ਨਾ ਕਿਨਹੀ ਲਹੀਐ। ਸਤਿਗੁਰੂ ਜੀ ਕਹਿੰਦੇ ਭਾਈ ਸਾਡੀ ਇੱਕ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੂਰਾ ਬਿਆਨ ਨਹੀਂ ਕਰ ਸਕਦੀ। ਭਾਵੇਂ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਤਿਗੁਰੂ ਜੀ ਕਹਿੰਦੇ ਹੈ, ਸਨਕ ਸਨੰਦਨ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਬੜੇ ਵੱਡੇ ਰਿਸ਼ੀ ਹੋਏ, ਬੜੇ ਵੱਡੇ ਰਹਿਬਰ ਹੋਏ, ਪੀਰ ਹੋਏ, ਪੈਗੰਬਰ ਹੋਏ, ਕਹਿੰਦੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪ੍ਰਮਾਤਮਾ ਦਾ ਅੰਤ ਪਾਉਣ ਦੇ ਲਈ, ਪਰ ਪਿਆਰਿਓ ਪੂਰੇ ਰੂਪ ਵਿੱਚ ਉਸ ਨੂੰ ਬਿਆਨ ਨਹੀਂ ਕੀਤਾ ਗਿਆ। ਆਖਰ ਨੂੰ ਆਪਣੀ ਜ਼ਿੰਦਗੀ ਤੋਂ ਹਾਰ ਗਏ ਨੇ। ਇਸੇ ਕਰਕੇ ਸਤਿਗੁਰੂ ਜੀ ਕਹਿੰਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰ, ਠੀਕ ਹੈ, ਪਰ ਇਹ ਆਪਣੀ ਜ਼ਿੰਦਗੀ ਦੇ ਅੰਦਰ ਕਦੇ ਦਾਅਵਾ ਨਾ ਕਰ ਕਿ ਮੈਂ ਪਰਮਾਤਮਾ ਬਾਰੇ ਜਾਣ ਲਿਆ ਹਾਂ, ਮੈਂ ਪਰਮਾਤਮਾ ਬਾਰੇ ਪੂਰੇ ਰੂਪ ਵਿੱਚ ਬਿਆਨ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ, ਸਤਿਗੁਰੂ ਜੀ ਕਹਿੰਦੇ ਆ ਭਾਈ ਅਸੀਂ ਉਸ ਨੂੰ ਅਗਿਆਨੀ ਮੰਨਦੇ ਹਾਂ, ਨਾ ਸਮਝ ਮੰਨਦੇ ਹਾਂ। ਜਿਹੜਾ ਕਹਿੰਦਾ ਮੈਂ ਪ੍ਰਮਾਤਮਾ ਬਾਰੇ ਪੂਰਾ ਜਾਣ ਲਿਆ, ਮੈਂ ਪ੍ਰਮਾਤਮਾ ਬਾਰੇ ਪੂਰਾ ਸਮਝ ਲਿਆ। ਸਤਿਗੁਰੂ ਜੀ ਬੜਾ ਪਿਆਰਾ ਜਿਹਾ ਵਚਨ ਕਰਦੇ, ਕਹਿੰਦੇ
ਕਹਿੰਦੇ ਸੋਈ ਅਜਾਨਕ ਹੈ ਮੈਂ ਜਾਣੈ, ਜਾਣਨ ਹਾਰ ਨਾ ਛਾਨੈ ਰੇ। ਸਤਿਗੁਰੂ ਜੀ ਕਹਿੰਦੇ ਜਿਹੜਾ ਇਨਸਾਨ ਇਹ ਗੱਲ ਕਹਿ ਰਿਹਾ ਕਿ ਭਾਈ ਮੈਂ ਪ੍ਰਮਾਤਮਾ ਬਾਰੇ ਜਾਣ ਲਿਆ ਹਾਂ, ਤੇ ਸਤਿਗੁਰੂ ਜੀ ਕਹਿੰਦੇ ਭਾਈ ਇਹ ਸਮਝੋ ਵੀ ਉਹ ਪ੍ਰਮਾਤਮਾ ਬਾਰੇ ਅਗਿਆਤ ਹੈ, ਪ੍ਰਮਾਤਮਾ ਬਾਰੇ ਉਹ ਕੁਝ ਵੀ ਨਹੀਂ ਜਾਣਦਾ। ਤੇ ਪਿਆਰਿਓ ਜਿਹੜਾ ਦੂਸਰਾ ਬਚਨ ਹੈ, ਸਤਿਗੁਰੂ ਜੀ ਕਹਿੰਦੀ ਹੈ ਨਦੀਆਂ ਅਤੇ ਵਾਹ। ਨਦੀਆਂ ਦਾ ਅਰਥ ਹੈ ਨਹਿਰਾਂ ਕਰ ਲਈਏ, ਨਦੀਆਂ ਕਰ ਲਈਏ। ਵਾਹ ਦਾ ਅਰਥ ਹੈ ਜਿਹੜੇ ਛੋਟੇ ਛੋਟੇ ਨਾਲੇ ਨੇ। ਸਤਿਗੁਰੂ ਜੀ ਕਹਿੰਦੇ ਜਿਵੇਂ ਨਦੀਆਂ ਅਤੇ ਨਾਲੇ ਸਮੁੰਦਰ ਦੇ ਵਿੱਚ ਜਾ ਕੇ ਸਮਾ ਤਾਂ ਸਕਦੇ ਹੈ, ਪਰ ਪਿਆਰਿਓ ਸਮੁੰਦਰ ਦੇ ਬਾਰੇ ਉਹ ਬਿਆਨ ਨਹੀਂ ਕਰ ਸਕਦੇ ਕਿੱਡਾ ਵੱਡਾ ਹੈ। ਸਤਿਗੁਰੂ ਜੀ ਕਹਿੰਦੇ ਹੈ ਤੂੰ ਦਰਿਆਓ ਦਾਨਾ ਬੀਨਾ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਬਹੁਤ ਵੱਡਾ ਦਰਿਆ ਹੈ। ਮੈਂ ਮਛਲੀ ਕੈਸੇ ਅੰਤ ਲਹਾਂ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਤੂੰ ਬਹੁਤ ਵੱਡਾ ਦਰਿਆ ਹੈ, ਤੇ ਮੈਂ ਦਰਿਆ ਦੇ ਅੰਦਰ ਇੱਕ ਛੋਟੀ ਜਿਹੀ ਮੱਛੀ ਹਾਂ, ਤੇ ਮੱਛੀ ਕਦੇ ਵੀ ਦਰਿਆ ਦਾ ਅੰਤ ਨਹੀਂ ਪਾ ਸਕਦੀ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਸਤਿਗੁਰੂ ਜੀ ਕਹਿੰਦੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਪਿਆਰਿਓ ਸਤਿਗੁਰੂ ਜੀ ਨੇ ਬੜਾ ਪਿਆਰਾ ਸ਼ਬਦ ਰਹਿਰਾਸ ਸਾਹਿਬ ਦੇ ਅੰਦਰ ਇੱਕ ਬੜਾ ਮੁਬਾਰਕ ਬਚਨ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਹੈ, ਕਹਿੰਦੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਬਾਰੇ ਜਾਣਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਉਸ ਦੇ ਵਿੱਚ ਜਿਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕੀਤੀ ਹੈ, ਸਤਿਗੁਰੂ ਜੀ ਕਹਿੰਦੇ ਉਸ ਦੇ ਵਿੱਚ ਸਮਾ ਗਏ ਨੇ। ਕਹਿਣੇ ਵਾਲੇ ਜਿਨ੍ਹਾਂ ਨੇ ਤੈਨੂੰ ਆਪਣੀ ਜ਼ਬਾਨ ਵਿੱਚੋਂ ਕਿਹਾ, ਸਤਿਗੁਰੂ ਜੀ ਕਹਿੰਦੇ ਰਹੇ ਸਮਾਏ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਮਾ ਗਏ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਨਦੀਆਂ ਤੇ ਨਾਲੇ ਸਮੁੰਦਰ ਦੇ ਵਿੱਚ ਜਾ ਕੇ ਸਮਾ ਜਾਂਦੇ ਆ, ਉਹਦਾ ਰੂਪ ਹੋ ਜਾਂਦੇ ਹੈ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਨ ਵਾਲੇ ਪਿਆਰਿਓ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਹੈ। ਸਤਿਗੁਰੂ ਜੀ ਕਹਿੰਦੇ ਸਮੁੰਦ ਨਾ ਜਾਣੀਐ ਭਾਈ, ਜਿਵੇਂ ਨਦੀਆਂ ਤੇ ਨਾਲੇ ਸਮੁੰਦਰ ਬਾਰੇ ਨਹੀਂ ਜਾਣ ਸਕਦੇ, ਇਸੇ ਤਰ੍ਹਾਂ ਅਸੀਂ ਅਕਾਲ ਪੁਰਖ ਵਾਹਿਗੁਰੂ ਬਾਰੇ ਵੀ ਜਾਣ ਨਹੀਂ ਸਕਦੇ। ਹਾਂ ਇੰਨੀ ਗੱਲ ਜ਼ਰੂਰ ਹੈ ਕਿ ਉਹਦੇ ਨਾਲ ਜਦੋਂ ਆਪਾਂ ਆਪਣੇ ਹੰਕਾਰ ਨੂੰ, ਆਪਣੇ ਆਪ ਦੇ ਹੰਕਾਰ ਨੂੰ ਛੱਡ ਕੇ ਉਸ ਵਾਹਿਗੁਰੂ ਦੇ ਵਿੱਚ ਸਮਾਵਾਂਗੇ ਤੇ ਉਹਦਾ ਰੂਪ ਹੋ ਜਾਈਦਾ। ਜਿਵੇਂ ਕਿ ਬਾਬਾ ਕਬੀਰ ਜੀ ਕਹਿੰਦੇ ਆ, ਅਬ ਤੋ ਜਾਏ ਚੜੇ ਸੰਘਾਸਨ। ਬਾਬਾ ਕਬੀਰ ਜੀ ਕਹਿੰਦੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਸਮਾ ਗਿਆ ਹਾਂ। ਅਬ ਤੋ ਜਾਏ ਚੜੇ ਸੰਘਾਸਨ, ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਕਹਿੰਦੇ ਹੁਣ ਬਾਬਾ ਕਬੀਰ ਜੀ ਕਹਿੰਦੇ ਮੈਂ ਉਸ ਸਮੁੰਦਰ ਦੇ ਵਿੱਚ ਸਮਾ ਗਿਆ ਹਾਂ, ਜਿਵੇਂ ਕਿ ਇੱਕ ਸੂਰਜ ਦੀ ਕਿਰਨ ਸੂਰਜ ਵਿੱਚ ਸਮਾ ਜਾਂਦੀ ਹੈ, ਜਲ ਦੇ ਵਿੱਚ ਜਲ ਸਮਾ ਜਾਂਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜਿਵੇਂ ਸੂਰਜ ਦੀ ਕਿਰਨ ਸੂਰਜ ਵਿੱਚ ਸਮਾ ਗਈ ਹੈ, ਪਿਆਰਿਓ ਪਾਣੀ ਦੀ ਬੂੰਦ ਪਾਣੀ ਵਿੱਚ ਸਮਾ ਗਈ ਹੈ, ਇਸੇ ਤਰ੍ਹਾਂ ਹੀ ਰੱਬ ਦਾ ਪਿਆਰਾ ਰੱਬ ਵਿੱਚ ਸਮਾ ਜਾਂਦਾ ਹੈ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਿ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਬ ਦੇਖਾਂ ਤਬ ਤੂੰ, ਤੂੰ ਤੂੰ ਕਰਤਾ ਤੂੰ ਦੇ ਵਿੱਚ ਹੀ ਸਮਾ ਗਿਆ। ਤੇ ਪਿਆਰਿਓ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਪਿਆਰਿਓ ਜਦੋਂ ਕੋਈ ਰੂਹ, ਕੋਈ ਆਤਮਾ, ਕੋਈ ਹਸਤੀ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਮਾ ਜਾਂਦੀ ਆ ਨਾ, ਫਿਰ ਉੱਥੇ ਜਾ ਕੇ ਉਹ ਬਿਆਨ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਆ ਵੀ ਬਿਆਨ ਕਰਨਾ ਤੇ ਇੰਨਾ ਔਖਾ ਹੈ। ਪਿਆਰਿਓ ਕਿੰਨਾ ਔਖਾ, ਕਹਿੰਦੇ ਜਿਵੇਂ ਪਿਆਰਿਓ ਕੀੜੀ ਦੇ ਪੇਟ ਦੇ ਵਿੱਚ ਹਾਥੀ ਸਮਾਇਆ ਨਹੀਂ ਜਾ ਸਕਦਾ,
ਜਿਵੇਂ ਪਿਆਰਿਓ ਇੱਕ ਚੂਹਾ ਕਹੀਏ, ਚੂਹਾ ਸਮੁੰਦਰ ਨੂੰ ਪਾਰ ਨਹੀਂ ਕਰ ਸਕਦਾ, ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹੈ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਹਦੇ ਵਿੱਚ ਰਹਿ ਕੇ ਆਨੰਦ ਮਾਣਿਆ ਜਾ ਸਕਦਾ। ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਅਗਮ ਅਗੋਚਰਾ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਾਡੀ ਇੰਦਰੀਆਂ ਤੋਂ ਦੂਰ ਹੈ, ਤੇਰਾ ਅੰਤ ਨਾ ਪਾਇਆ ਜਾਏ, ਅੰਤੋਂ ਨਾ ਪਾਇਆ। ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਅੱਜ ਤੱਕ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਤੇ ਬਾਬਾ ਕਬੀਰ ਜੀ ਨੂੰ ਪੁੱਛਣਾ ਕਰੀਏ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪੁੱਛਣਾ ਕਰੀਏ ਕਿ ਸਤਿਗੁਰੂ ਜੀ ਆਪ ਜੀ ਤੇ ਸਮੁੰਦਰ ਦੇ ਵਿੱਚ ਸਮਾ ਗਏ ਹੋ, ਅਕਾਲ ਪੁਰਖ ਵਾਹਿਗੁਰੂ ਵਿੱਚ ਸਮਾ ਗਏ ਹੋ, ਤੇ ਸਤਿਗੁਰੂ ਤੁਸੀਂ ਉਹਨਾਂ ਦੇ ਬਾਰੇ ਬਿਆਨ ਕਰੋ। ਤੇ ਬਾਬਾ ਕਬੀਰ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਹੈ, ਕਹਿੰਦੇ ਕਿਸੇ ਗੁੰਗੇ ਨੂੰ ਗੁੜ ਛਕਾ ਦਿਓ, ਪਿਆਰਿਓ ਉਸ ਨੂੰ ਪੁੱਛਿਓ ਕਿ ਕਿੰਨਾ ਕੁ ਮਿੱਠਾ ਹੈ। ਸਤਿਗੁਰੂ ਜੀ ਕਹਿੰਦੇ ਗੂੰਗਾ ਗੁੜ ਖਾ ਕੇ ਕਦੇ ਨਹੀਂ ਦੱਸ ਸਕਦਾ ਕਿ ਗੁੜ ਕਿੰਨਾ ਮਿੱਠਾ ਹੈ। ਇਸੇ ਕਰਕੇ ਪਿਆਰਿਓ ਪਰਮਾਤਮਾ ਦੇ ਆਨੰਦ ਦੀ ਅਵਸਥਾ ਨੂੰ, ਪਰਮਾਤਮਾ ਦੇ ਮਿਲਾਪ ਨੂੰ ਬੰਦਾ ਕਦੇ ਬਿਆਨ ਨਹੀਂ ਕਰ ਸਕਦਾ। ਸਤ ਉੱਥੇ ਬਾਬਾ ਕਬੀਰ ਜੀ ਵੀ ਕਹਿੰਦੇ ਆ, ਗੁਰੂ ਨਾਨਕ ਦੇ ਪਾਤਸ਼ਾਹ ਵੀ ਕਹਿੰਦੇ ਆ, ਕਹਿੰਦੇ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਪਿਆਰਿਓ ਇੱਥੇ ਤੇ ਆਨੰਦ ਹੀ ਆਨੰਦ ਹੈ, ਇੱਥੇ ਉਹ ਅਵਸਥਾ ਜਿੱਥੇ ਬਿਆਨ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਜੀ ਕਹਿੰਦੇ ਨਦੀਆਂ ਨਾਲੇ ਸਮੁੰਦਰ ਵਿੱਚ ਸਮਾ ਗਏ ਹੈ, ਇਸੇ ਤਰ੍ਹਾਂ ਪਰਮਾਤਮਾ ਦੇ ਪਿਆਰੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਸਮਾ ਜਾਂਦੇ ਹੈ। ਅਗਲਾ ਸ਼ਬਦ ਹੈ ਸਮੁੰਦ ਸਾ ਸੁਲਤਾਨ। ਸਮੁੰਦ ਦਾ ਅਰਥ ਕਰੀਏ ਸਮੁੰਦਰ, ਸਾਹ ਦਾ ਅਰਥ ਕਰੀਏ ਸ਼ਾਹ, ਬਿੰਦੀ ਨਾਲ ਉਚਾਰਦੇ ਹਾਂ ਆਪਾਂ। ਸ਼ਾਹ ਬਹੁਤ ਵੱਡਾ ਰਾਜਾ, ਸੁਲਤਾਨ। ਪਿਆਰਿਓ ਸਤਿਗੁਰੂ ਜੀ ਕਹਿੰਦੇ ਇੱਕ ਪਾਸੇ ਦੁਨੀਆ ਦਾ ਬਹੁਤ ਵੱਡਾ ਰਾਜਾ ਹੋਵੇ, ਸਮੁੰਦਰਾਂ ਦਾ ਰਾਜਾ ਹੋਵੇ, ਬਹੁਤ ਵੱਡੀ ਤਾਕਤ ਰੱਖਣ ਵਾਲਾ ਹੋਵੇ, ਤੇ ਸਤਿਗੁਰੂ ਜੀ ਕਹਿੰਦੇ ਇੰਨਾ ਹੀ ਬਸ ਨਹੀਂ, ਗਿਰਹਾ, ਗਿਰਹਾ ਦਾ ਅਰਥ ਹੁੰਦਾ ਪਹਾੜ। ਸਤਿਗੁਰੂ ਜੀ ਕਹਿੰਦੇ ਮਾਲ ਧਨ, ਭਾਵ ਉਸ ਦੇ ਘਰ ਦੇ ਵਿੱਚ ਇੰਨਾ ਕੁ ਪੈਸਾ ਹੋਵੇ, ਬਹੁਤ ਵੱਡੇ ਖਜ਼ਾਨੇ ਹੋਣ। ਸਤਿਗੁਰੂ ਜੀ ਕਹਿੰਦੇ ਇੱਕ ਪਾਸੇ ਤੇ ਇੰਨਾ ਅਮੀਰ ਬੰਦਾ ਹੋਵੇ ਪਿਆਰਿਓ, ਪਰ ਦੂਜੇ ਪਾਸੇ ਸਤਿਗੁਰੂ ਜੀ ਕਹਿੰਦੇ ਕੀੜੀ ਤੁਲ ਨਾ ਹੋਵਣੀ। ਪਿਆਰਿਓ ਕੀੜੀ ਦਾ ਅਰਥ ਇੱਥੇ ਕਰੀਏ ਗਰੀਬ ਬੰਦਾ, ਨਿਮਰਤਾ ਰੱਖਣ ਵਾਲਾ ਬੰਦਾ, ਜਿਹਨੂੰ ਸਤਿਗੁਰੂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਇਹ ਸ਼ਬਦਾਂ ਨਾਲ ਸੰਬੋਧਨ ਕੀਤਾ। ਸਤਿਗੁਰੂ ਜੀ ਕਹਿੰਦੇ ਹੈ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ। ਸਤਿਗੁਰੂ ਜੀ ਕਹਿੰਦੇ ਇੱਕ ਪਾਸੇ ਉਹ ਬੰਦਾ ਹੋਵੇ ਜਿਹਦੇ ਕੋਲ ਇੱਕ ਕੁੱਲੀ ਜੀ ਛੰਨ ਹੋਵੇ, ਝੌਪੜੀ ਹੋਵੇ, ਤੇ ਉਸ ਦੇ ਕੋਲ ਕੋਈ ਚੰਗਾ ਖਾਣ ਨੂੰ ਵੀ ਨਾ ਹੋਵੇ, ਚੰਗਾ ਪਹਿਨਣ ਨੂੰ ਵੀ ਨਾ ਹੋਵੇ, ਤੇ ਪਿਆਰਿਓ ਤੇ ਉਹਦੀ ਜਾਤ ਕਰਕੇ ਵੀ ਕੋਈ ਚੰਗੀ ਜਾਤ ਨਾ ਹੋਵੇ, ਕੋਈ ਆਦਰ ਸਤਿਕਾਰ ਮਾਨ ਨਾ ਹੋਵੇ, ਪਰ ਜੇਕਰ ਉਸ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਵਾਸ ਹੈ, ਸੱਚ ਕਰਕੇ ਜਾਣਿਓ ਸਤਿਗੁਰੂ ਜੀ ਕਹਿੰਦੇ ਹੈ ਰਾਜਾ ਸਗਲੀ ਸ੍ਰਿਸ਼ਟ ਕਾ। ਸੱਚ ਕਰਕੇ ਜਾਣਿਓ ਦੁਨੀਆ ਦਾ ਰਾਜਾ ਹੈ, ਔਰ ਕੱਲਾ ਰਾਜਾ ਪੰਜਾਬ ਦਾ ਨਹੀਂ, ਕੱਲਾ ਰਾਜਾ ਭਾਰਤ ਦਾ ਨਹੀਂ। ਸਤਿਗੁਰੂ ਜੀ ਕਹਿੰਦੇ ਉਹ ਤੇ ਦੁਨੀਆ ਦਾ ਰਾਜਾ ਹੈ, ਵਿਸ਼ਵ ਦਾ ਰਾਜਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ, ਭਾਈ ਉਹ ਦੁਨੀਆ ਦਾ ਰਾਜਾ ਹੈ, ਵਿਸ਼ਵ ਦਾ ਰਾਜਾ ਹੈ। ਤੇ ਸਤਿਗੁਰੂ ਜੀ ਨੇ ਪਿਆਰਿਓ ਇੰਨਾ ਮਾਣ ਤੇ ਸਤਿਕਾਰ ਦਿੱਤਾ। ਸਤਿਗੁਰੂ ਜੀ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਤਾਕਤ ਤੇ ਸਮਰੱਥਾ ਹੈ। ਸਮਰੱਥਾ ਕੀ ਹੈ? ਸਤਿਗੁਰੂ ਜੀ ਕਹਿੰਦੇ ਜੇ ਕੋ ਹੋਵੈ ਦੁਬਲਾ ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ। ਸਤਿਗੁਰੂ ਜੀ ਕਹਿੰਦੇ ਬੰਦਾ ਸਰੀਰ ਕਰਕੇ ਕਮਜ਼ੋਰ ਹੋ ਜਾਵੇ,
ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀੜ, 2 ਟਾਈਮ ਦਾ ਪ੍ਰਸ਼ਾਦਾ ਵੀ ਨਸੀਬ ਨਾ ਹੋਵੇ। ਸਤਿਗੁਰੂ ਜੀ ਕਹਿੰਦੇ ਹੈ, ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀੜ, ਦਮੜਾ ਪੱਲਾ ਨਾ ਪਵੇ। ਸਤਿਗੁਰੂ ਜੀ ਕਹਿੰਦੇ ਉਹ ਗਰੀਬ ਬੰਦਾ ਕਿਸੇ ਅਮੀਰ ਦੇ ਘਰ ਜਾ ਕੇ ਕਵੇ ਵੀ ਮੈਨੂੰ 5 ਰੁਪਏ 10 ਰੁਪਏ ਦੇ ਦਿਓ, ਮੈਂ ਪ੍ਰਸ਼ਾਦਾ ਛਕਣਾ ਹੈ, ਤੇ ਉਹਦੇ ਹੱਥ ਦੇ ਉੱਤੇ ਕੋਈ ਟਕਾ ਵੀ ਨਾ ਰੱਖੇ। ਸਤਿਗੁਰੂ ਜੀ ਕਹਿੰਦੇ ਇੰਨੀ ਹਾਲਤ ਕਮਜ਼ੋਰ ਹੋ ਜਾਵੇ। ਸਵਾਰਥ ਸੁਆਓ ਨਾ ਕੋ ਕਰੈ। ਸਤਿਗੁਰੂ ਜੀ ਕਹਿੰਦੇ ਕੋਈ ਉਹਦੇ ਕਾਰਜ ਵਿੱਚ ਵੀ ਸਾਥ ਨਾ ਦੇਵੇ। ਨਾ ਕੋ ਦੇਵੈ ਧੀਰ। ਮੈਂ ਧੀਰ ਦੇ ਅਰਥ ਕਰਾਂ ਪਿਆਰੇ, ਇੱਕ ਹੁੰਦਾ ਬੰਦੇ ਦੀ ਆਰਥਿਕ ਮਦਦ ਕਰ ਦੇਣੀ, ਫਿਰ ਉਹਨੂੰ ਕੁਝ ਸਮੇਂ ਦੇ ਵਾਸਤੇ ਅਨਾਜ ਦੇ ਦੇਣਾ। ਸਤਿਗੁਰੂ ਜੀ ਕਹਿੰਦੇ ਪੈਸੇ ਦੀ ਮਦਦ ਵੀ ਕੋਈ ਨਾ ਕਰੇ, ਉਹਦੀ ਆਰਥਿਕ ਮਦਦ ਵੀ ਕੋਈ ਨਾ ਕਰੇ, ਤੇ ਸਤਿਗੁਰੂ ਜੀ ਕਹਿੰਦੇ ਇੱਥੋਂ ਤੱਕ ਹਾਲਤ ਮਾੜੀ ਬਣ ਜਾਵੇ ਕਿ ਉਹ ਮੰਜੇ ਤੇ ਪਿਆ ਹੋਵੇ, ਤੇ ਪਿਆਰਿਓ ਮੰਜੇ ਤੇ ਪਏ ਨੂੰ ਜਾ ਕੇ ਕੋਈ ਤਰਵਾਸ ਨਾ ਦੇਵੇ, ਕੋਈ ਹਾਲ ਚਾਲ ਨਾ ਪੁੱਛੇ। ਵੇਖੋ ਬੰਦੇ ਦਾ ਹਾਲ ਚਾਲ ਪੁੱਛਣ ਦੇ ਨਾਲ ਕੋਈ ਪੈਸਾ ਨਹੀਂ ਲੱਗਦਾ ਵੀ ਕੋਈ ਖਰਚ ਹੋ ਜਾਵੇਗਾ। ਪਿਆਰਿਓ ਇੱਕ ਦੂਜੇ ਦਾ ਹਾਲ ਚਾਲ ਪੁੱਛਣ ਦੇ ਨਾਲ ਹੀ ਬੰਦਾ ਚੜ੍ਹਦੀ ਕਲਾ ਦੇ ਵਿੱਚ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਕੋਈ ਧੀਰਜ ਵੀ ਨਾ ਦਿੰਦਾ ਹੋਵੇ, ਕੋਈ ਉਹਦੀ ਹਾਲਤ ਨੂੰ ਪੁੱਛਦਾ ਨਾ ਹੋਵੇ। ਪਿਆਰਿਓ ਇੰਨੀ ਹਾਲਤ ਮਾੜੀ ਹੋ ਜਾਵੇ, ਨਾ ਕੋ ਦੇਵੈ ਧੀਰ। ਸਤਿਗੁਰੂ ਜੀ ਕਹਿੰਦੇ ਪਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕਿਤੇ ਹਿਰਦੇ ਵਿੱਚ ਆ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਦੁਨੀਆ ਦਾ ਰਾਜਾ ਬਣ ਜਾਵੇਗਾ। ਉਹ ਮੇਰੀਆਂ ਨਜ਼ਰਾਂ ਵਿੱਚ ਬਹੁਤ ਵੱਡਾ ਸਤਿਕਾਰਯੋਗ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹੈ। ਸੋ ਇਸ ਲਈ ਨਾਮ ਦੀ ਤਾਕਤ ਹੈ। ਇੱਕ ਪਾਸੇ ਦੁਨੀਆ ਦੇ ਅਮੀਰ ਬੰਦੇ ਨੇ, ਮੈਂ ਮਾੜਾ ਨਹੀਂ ਕਹਿੰਦਾ, 4 ਟਕੇ ਜੋੜ ਲੈਣੇ, ਬੰਦੇ ਨੇ ਮਿਹਨਤ ਕਰਨੀ, ਮਿਹਨਤ ਕਰਕੇ 4 ਟਕੇ ਇਕੱਠੇ ਕਰ ਲਏ, ਅਮੀਰ ਬਣ ਗਿਆ। ਅਮੀਰ ਬਣਨਾ, ਧਨਵਾਨ ਬਣਨਾ ਕੋਈ ਗੁਨਾਹ ਨਹੀਂ ਹੈ, ਪਰ ਪਿਆਰਿਓ ਕਈ ਵਾਰ ਅਮੀਰ ਬੰਦਾ ਰੱਬ ਤੋਂ ਵਾਂਝਾ ਰਹਿ ਜਾਂਦਾ ਹੈ, ਨਾਸਤਕ ਬਣ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜੇ ਅਮੀਰ ਦੇ ਕੋਲ ਵੀ ਰੱਬ ਦਾ ਨਾਮ ਹੈ ਤਾਂ ਸਤਿਕਾਰਯੋਗ ਹੈ, ਪਰ ਪਿਆਰਿਓ ਜੇ ਕਿਤੇ ਗਰੀਬ ਬੰਦਾ ਹੈ ਪਰ ਉਹਦੇ ਕੋਲ ਰੱਬ ਦਾ ਨਾਮ ਹੈ, ਉਹ ਇਦੋਂ ਵੱਧ ਕੇ ਸਤਿਕਾਰਯੋਗ ਹੈ। ਸਤਿਗੁਰੂ ਜੀ ਕਹਿੰਦੇ ਹੈ ਇੱਕ ਪਾਸੇ ਬਹੁਤ ਅਮੀਰ ਬੰਦਾ, ਦੂਜੇ ਪਾਸੇ ਗਰੀਬ ਬੰਦਾ। ਪਿਆਰਿਓ ਪੈਸੇ ਦੇ ਨਾਲ ਤਾਂ 4 ਦਿਨਾਂ ਦਾ ਮਾਣ ਮਿਲ ਜਾਵੇਗਾ, ਪਰ ਜਿਹੜਾ ਰੱਬ ਦਾ ਪਿਆਰਾ ਹੈ, ਰੱਬ ਦੇ ਪਿਆਰੇ ਨੂੰ ਸਦੀ ਵੀ ਯਾਦ ਕੀਤਾ ਜਾਂਦਾ ਹੈ। ਮੈਂ ਅੱਜ ਕਈ ਐਸੇ ਮਹਾਂਪੁਰਸ਼ ਵੇਖਦਾ ਹਾਂ ਪਿਆਰਿਓ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਜਿਨ੍ਹਾਂ ਨੇ ਬੜੀ ਮਿਹਨਤ ਕਰੀ, ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ, ਜਿੱਥੇ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਉੱਥੇ ਲੱਖਾਂ ਟੁੱਟੀਆਂ ਹੋਈਆਂ ਸੰਗਤਾਂ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ। ਅੱਜ ਬੜਾ ਵੱਡਾ ਉੱਥੇ ਸਥਾਨ ਬਣਿਆ ਹੋਇਆ ਹੈ, ਜਿੱਥੇ ਲੱਖਾਂ ਲੋਕ ਜਾ ਕੇ ਨਮਸਤਕ ਹੁੰਦੀਆਂ ਨੇ। ਪਿਆਰਿਓ ਸਤਿਕਾਰ ਦੇ ਵਿੱਚ ਸੇਵਾਵਾਂ ਨਿਭਾਉਂਦੀਆਂ ਨੇ, ਸੇਵਾ ਕਰਦੀਆਂ ਨੇ। ਮੈਂ ਬੇਨਤੀ ਕਰ ਰਿਹਾ, ਗੁਰੂ ਕਿਰਪਾ ਕਰਦਾ, ਸਤਿਕਾਰ ਦਿੰਦਾ, ਪਿਆਰ ਦਿੰਦਾ ਹੈ। ਪਿਆਰਿਓ ਓਨੀ ਵਡਿਆਈ ਕਿਸੇ ਰਾਜੇ ਦੀ ਨਹੀਂ, ਬਲਕਿ ਜਿੰਨੀ ਗੁਰੂ ਨਾਨਕ ਦੇ ਸਿੱਖ ਦੀ ਹੈ। ਜਿੰਨਾ ਸਤਿਕਾਰ ਰੱਬ ਦੇ ਪਿਆਰੇ ਦਾ ਹੈ। ਤੇ ਪਿਆਰਿਓ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਭਗਤ ਸਾਹਿਬਾਨਾਂ ਦੇ ਬਾਰੇ ਪੜ੍ਹਦੇ ਹਾਂ, ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਭਗਤ ਨਾਮਦੇਵ ਜੀ ਦੇ ਜੀਵਨ ਨੂੰ ਪੜ੍ਹ ਲਓ, ਭਗਤ ਕਬੀਰ ਜੀ ਦੇ ਜੀਵਨ ਨੂੰ ਪੜ੍ਹ ਲਵੋ, ਭਗਤ ਰਵਿਦਾਸ ਜੀ ਦੇ ਜੀਵਨ ਨੂੰ ਪੜ੍ਹ ਲਵੋ, ਭਗਤ ਸੈਣ ਜੀ ਦੇ ਜੀਵਨ ਨੂੰ ਪੜ੍ਹ ਲਵੋ, ਭਗਤ ਧੰਨਾ ਜੀ ਦੇ ਜੀਵਨ ਨੂੰ ਪੜ੍ਹ ਲਵੋ। ਪਿਆਰਿਓ ਉਹਨਾਂ ਨੇ ਰੱਬ ਦਾ ਨਾਮ ਜਪਿਆ, ਤੇ ਅੱਜ ਅਸੀਂ ਸਾਰੇ ਹੀ ਲੱਖਾਂ ਹਜ਼ਾਰਾਂ ਕਰੋੜਾਂ ਬੰਦੇ ਉਸ ਭਗਤ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਸੀਸ ਨਵਾਉਂਦੇ ਨੇ। ਸਤਿਗੁਰੂ ਜੀ ਦਾ ਬਚਨ ਹੈ, ਸਤਿਗੁਰੂ ਜੀ ਕਹਿੰਦੇ ਗੋਵਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛਿਪਰੋ ਹੋਇਓ ਲਖੀਣਾ। ਸਤਿਗੁਰੂ ਜੀ ਕਹਿੰਦੇ ਹੈ
बुनना तनना त्याग कै, प्रीत चरण कबीरा, नीच कुला जुलाहरा, ਭਇਓ ਗੁਣੀ ਗਹੀਰਾ। ਸਤਿਗੁਰੂ ਜੀ ਕਹਿੰਦੇ ਆ ਜਿਹਨੂੰ ਨੀਚ ਕਿਹਾ ਗਿਆ, ਜਿਹਨੂੰ ਕੌਡੀਆਂ ਦੇ ਭਾਅ ਤੱਕ ਤੋਂ ਨੀਵਾਂ ਕਿਹਾ ਗਿਆ, ਪਿਆਰਿਓ ਢੋਰ ਢਵੰਤਾ ਟੋਰ ਨੀਤ, ਤਿੰਨ ਤਿਆਗੀ ਮਾਇਆ, ਪ੍ਰਗਟ ਹੁਆ ਸਾਧ ਸੰਗ, ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਕਹਿਣ ਲੱਗੇ ਭਾਈ ਸੈਣ ਨਾਈ ਬੁੱਤਕਾਰੀਆ, ਬੜਾ ਗਰੀਬ ਜਿਹਾ ਬੰਦਾ, ਪਿਆਰਿਓ ਉਹ ਵੀ ਰੱਬ ਦਾ ਨਾਮ ਜਪ ਕੇ ਵੱਡਾ ਬਣ ਗਿਆ। ਤੇ ਸਤਿਗੁਰੂ ਜੀ ਕਹਿੰਦੇ ਆ ਇਹ ਵਿਦ ਸੁਣ ਕੇ ਜਟ ਰੋ, ਉਠ ਭਗਤੀ ਲਾਗੈ, ਮਿਲੈ ਪ੍ਰਤੱਖ ਗੁਸਈਆਂ, ਧੰਨਾ ਵੱਡ ਭਾਗੈ। ਸਤਿਗੁਰੂ ਜੀ ਕਹਿੰਦੇ ਆ ਅੱਜ ਤੀਕਰ ਹੋ ਸਕਦਾ ਕਿਸੇ ਵੱਡੇ ਰਾਜੇ ਨੂੰ ਪਰਮਾਤਮਾ ਦੀ ਪ੍ਰਾਪਤੀ ਨਾ ਹੋਈ ਹੋਵੇ, ਪਰ ਪਿਆਰਿਓ ਇਹ ਗਰੀਬ ਭਗਤ ਸਾਹਿਬਾਨ ਜਿਨ੍ਹਾਂ ਨੂੰ ਧਾਰਮ ਦੀ ਦੁਨੀਆ 'ਚ ਬੜੇ ਅਮੀਰ ਕਿਹਾ ਜਾ ਸਕਦਾ ਹੈ, ਪਿਆਰਿਓ ਸਤਿਗੁਰੂ ਦੇ ਦਰ 'ਤੇ ਆ ਕੇ ਰੱਬ ਦੇ ਦਰਸ਼ਨ ਕਰ ਲਏ ਹੈ। ਸੋ ਮੈਂ ਬੇਨਤੀ ਕਰ ਰਿਹਾ, ਸਤਿਗੁਰੂ ਜੀ ਕਹਿੰਦੇ ਹੈ ਕੀੜੀ ਤੁਲਨਾ ਹੋਵਣੀ। ਪਿਆਰਿਓ ਇੱਕ ਕੀੜੀ ਗਰੀਬ ਬੰਦਾ, ਇੱਕ ਨਿਮਾਣਾ ਬੰਦਾ, ਆਰਥਿਕ ਤੌਰ 'ਤੇ ਗਰੀਬ ਬੰਦਾ, ਸਤਿਗੁਰੂ ਜੀ ਕਹਿੰਦੇ ਜੇ ਕਿਤੇ ਰੱਬ ਦੇ ਨਾਲ ਜੁੜ ਜਾਵੇ ਤੇ ਪਿਆਰਿਓ ਉਹ ਸਾਰੀ ਦੁਨੀਆ ਦਾ ਰਾਜਾ ਹੈ। ਉਹਦੇ ਬਰਾਬਰ ਤੇ ਦੁਨੀਆ ਦਾ ਵੱਡੇ ਤੋਂ ਵੱਡਾ ਰਾਜਾ ਵੀ ਨਹੀਂ ਆ ਸਕਦਾ। ਕੀੜੀ ਤੁਲਨਾ ਹੋਵਣੀ, ਜੇ ਤਿਸ ਮਨ ਹੋ ਨਾ ਬਿਸਰੈ, ਜੇ ਕਿਤੇ ਉਹਦੇ ਮਨ ਦੇ ਵਿੱਚ ਪਰਮਾਤਮਾ ਵਸ ਜਾਵੇ, ਅਕਾਲ ਪੁਰਖ ਵਾਹਿਗੁਰੂ ਵਸ ਜਾਵੇ। ਤੇ ਪਿਆਰਿਓ ਗੱਲ ਇਹ ਹੈ, ਪਰ ਇੱਥੇ ਮਨ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਇੱਕੋ ਇੱਕ ਫੁਰਨਾ ਚੱਲਦਾ ਹੈ। ਉਹ ਫੁਰਨਾ ਕੀ ਹੈ? ਆਪਾਂ ਗੁਰੂ ਨਾਨਕ ਦੇ ਘਰ ਵਿੱਚ ਆਉਨੇ ਹਾਂ, ਬੰਦਾ ਇੱਥੇ ਝੋਲੀ ਅੱਡ ਕੇ ਕਹਿੰਦਾ ਅਕਾਲ ਪੁਰਖ ਵਾਹਿਗੁਰੂ ਅਮੀਰ ਬਣਾ ਦੇ, ਅਕਾਲ ਪੁਰਖ ਵਾਹਿਗੁਰੂ ਧਨਵਾਨ ਬਣਾ ਦੇ। ਪਰ ਪਿਆਰਿਓ ਕੋਈ ਵਿਰਲਾ ਹੈ ਰੱਬ ਦਾ ਪਿਆਰਾ ਜਿਹੜਾ ਆਪਣੀ ਝੋਲੀ ਨੂੰ ਅੱਡ ਕੇ ਕਹਿੰਦਾ ਮੇਰੇ ਦਾਤਾ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਮਿਹਰ ਕਰੋ। ਸੇਖ ਫਰੀਦਾ ਖੈਰ ਦੀਜੈ ਬੰਦਗੀ, ਹੇ ਅਕਾਲ ਪੁਰਖ ਵਾਹਿਗੁਰੂ ਮੇਰੀ ਝੋਲੀ ਦੇ ਵਿੱਚ, ਮੇਰੇ ਹਿਰਦੇ ਦੇ ਵਿੱਚ ਆਪ ਦੀ ਬੰਦਗੀ ਪਾ ਦਿਓ, ਮੈਂ ਵੀ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਜਾਵਾਂ। ਪਿਆਰਿਓ ਕੋਈ ਰੱਬ ਦਾ ਪਿਆਰਾ, ਪਰ ਇੱਥੇ ਤਾਂ ਸਤਿਗੁਰੂ ਜੀ ਕਹਿੰਦੇ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵਈ। ਸਤਿਗੁਰੂ ਜੀ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਕਦੇ ਯਾਦ ਹੀ ਨਹੀਂ ਕੀਤਾ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਵਡਿਆਈ ਦਿੱਤੀ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ, ਪਿਆਰਿਓ ਸਤਿਗੁਰੂ ਜੀ ਕਹਿੰਦੇ ਜੀਓ ਪਾਏ ਪਿੰਡ ਜਿਨ ਸਾਜਿਆ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਰੀਰ ਦਿੱਤਾ ਹੈ, ਸਰੀਰ ਦੇ ਅੰਦਰ ਆਤਮਾ ਪਾਈ ਹੈ, ਸਤਿਗੁਰੂ ਜੀ ਕਹਿਣ ਲੱਗੇ ਕੱਲੀ ਆਤਮਾ ਨਹੀਂ, ਕੱਲਾ ਸਰੀਰ ਨਹੀਂ, ਪਿਆਰਿਓ ਖਾਣ ਦੇ ਲਈ ਤੇ ਪਹਿਨਣ ਦੇ ਲਈ ਵੀ ਉਸ ਵਾਹਿਗੁਰੂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਇੱਥੇ ਬਸ ਨਹੀਂ, ਸਤਿਗੁਰੂ ਜੀ ਕਹਿੰਦੇ ਆਪਣੇ ਦਾਸ ਕੀ ਆਪ ਪੈਜ ਰਾਖੀ। ਆਪਣੇ ਪਿਆਰਿਆਂ ਦੀ ਪੈਜ ਵੀ ਅਕਾਲ ਪੁਰਖ ਵਾਹਿਗੁਰੂ ਨੇ ਆਪ ਰੱਖੀ। ਨਾਨਕ ਸਦ ਕੁਰਬਾਨ, ਕਹਿੰਦੇ ਐਸੇ ਗੁਰੂ ਤੋਂ ਕੁਰਬਾਨ ਜਾਇਆ ਕਰ, ਐਸੇ ਗੁਰੂ ਤੋਂ ਬਲਿਹਾਰ ਜਾਇਆ ਕਰ। ਤੇ ਪਿਆਰਿਓ ਬਲਿਹਾਰ ਜਾਣ ਦੀ ਬਜਾਏ ਅਸੀਂ ਕਈ ਵਾਰ ਆਪਣੇ ਗੁਰੂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਾਂ। ਕਈ ਥਾਵਾਂ ਤੇ ਮੈਂ ਸਾਰਿਆਂ ਨੂੰ ਨਹੀਂ ਕਵਾਂਗਾ, ਗੁਰਦੁਆਰੇ ਦੇ ਅੰਦਰ ਪ੍ਰਬੰਧਕ ਕਮੇਟੀਆਂ ਚੋਣ ਕਰਕੇ ਸਤਿਕਾਰ ਦੇ ਨਾਲ ਚੁਣੀਆਂ ਜਾਂਦੀਆਂ ਨੇ, ਪਰ ਪਿਆਰਿਓ ਕਈ ਵਾਰ ਕਈ ਗੁਰਦੁਆਰਿਆਂ ਦੇ ਵਿੱਚੋਂ ਦਾਸ ਦਾ ਇਹ ਤਜਰਬਾ ਹੈ ਕਿ ਗੁਰਦੁਆਰਿਆਂ ਦੇ ਵਿੱਚੋਂ ਸਤਿਗੁਰੂ ਦੀ ਬਾਣੀ ਦੀ ਕਥਾ ਹੀ ਬੰਦ ਕਰ ਦਿੱਤੀ ਗਈ ਹੈ। ਕਾਰਨ ਕੀ ਹੈ ਕਿ ਜਿਹੜਾ ਪ੍ਰਬੰਧਕ ਵੀਰ ਆ ਰਿਹਾ ਹੈ, ਪਿਆਰਿਓ ਉਹਦਾ ਅੰਮ੍ਰਿਤ ਨਹੀਂ ਛਕਿਆ, ਉਹਦੇ ਕੇਸ ਨਹੀਂ ਰੱਖੇ, ਉਹਦੇ ਕੋਲ ਸਤਿਗੁਰੂ ਦੀ ਰਹਿਤ ਨਹੀਂ ਹੈ,
ਤੇ ਜਿਹੜਾ ਪਿਆਰਿਓ ਰਹਿਤ ਨਹੀਂ ਰੱਖ ਸਕਦਾ ਉਹ ਗੁਰੂ ਨਾਨਕ ਦੇ ਘਰ ਨੂੰ ਕਿਵੇਂ ਸੰਭਾਲ ਸਕਦਾ, ਗੁਰੂ ਨਾਨਕ ਦੇ ਘਰ ਤੇ ਕਿਵੇਂ ਸੇਵਾ ਕਰੇਗਾ। ਸੋ ਇਸ ਲਈ ਮੈਂ ਬੇਨਤੀ ਕਰਾਂਗਾ ਕਿ ਜਿੱਥੇ ਕੁਰਬਾਨ ਹੋਣਾ ਸੀ, ਜਿੱਥੇ ਗੁਰੂ ਦੇ ਚਰਨਾਂ ਵਿੱਚ ਆ ਕੇ ਨਮਸਤਕ ਹੋਣਾ ਸੀ, ਜਿੱਥੇ ਗੁਰੂ ਦੇ ਚਰਨਾਂ ਵਿੱਚ ਢਹਿ ਢੇਰੀ ਹੋਣਾ ਸੀ, ਜਿੱਥੇ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਦੀ ਬਾਣੀ ਸੁਣਨੀ ਸੀ, ਸੱਚ ਕਰਕੇ ਜਾਣਿਓ ਕਈ ਗੁਰਦੁਆਰਿਆਂ ਦੇ ਵਿੱਚੋਂ ਸਤਿਗੁਰੂ ਦੀ ਬਾਣੀ ਦੀ ਵਿਚਾਰ ਬੰਦ ਕਰ ਦਿੱਤੀ ਗਈ ਹੈ। ਬਹੁਤਾਤ ਗਿਣਤੀ 'ਚ ਐਸਾ ਹੋ ਰਿਹਾ ਹੈ। ਗੁਰੂ ਕਿਰਪਾ ਕਰੇ, ਮਿਹਰ ਕਰੇ। ਮੈਂ ਇੱਕ ਦੋ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਪਿਆਰਿਓ ਸ਼ਬਦ ਦੀ ਸਮਾਪਤੀ ਤੋਂ ਬਾਅਦ ਕਰਾਂ। ਸਤਿਗੁਰੂ ਜੀ ਕਹਿੰਦੀ ਹੈ, ਭਾਈ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋਂ ਨਾ ਵਿਸਰੈ। ਇੱਥੇ ਸ਼ਬਦ ਦੀ ਸਮਾਪਤੀ ਹੈ। ਪਿਆਰਿਓ ਬੇਨਤੀ ਕਰਦਾ ਹਾਂ, ਸਤਿਗੁਰੂ ਨੇ ਸਾਡੇ ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ, ਬੜੀਆਂ ਰਹਿਮਤਾਂ ਕੀਤੀਆਂ ਨੇ। ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਛਕਾ ਕੇ ਸਾਨੂੰ ਕਕਾਰਾਂ ਦੀ ਬਖਸ਼ਿਸ਼ ਕੀਤੀ। ਕਕਾਰ ਕਿਹੜੇ ਕਿਹੜੇ ਨੇ? ਸਤਿਗੁਰੂ ਨੇ ਕੇਸ ਬਖਸ਼ਿਸ਼ ਕੀਤੇ, ਕੰਘਾ ਬਖਸ਼ਿਸ਼ ਕੀਤਾ, ਕੜਾ ਬਖਸ਼ਿਸ਼ ਕੀਤਾ, ਪਿਆਰਿਓ ਕਿਰਪਾਨ ਬਖਸ਼ਿਸ਼ ਕੀਤੀ ਤੇ ਕਛਹਿਰਾ ਬਖਸ਼ਿਸ਼ ਕੀਤਾ। 5 ਕਕਾਰਾਂ ਦਾ ਧਾਰਨੀ ਗੁਰੂ ਕਾ ਸਿੱਖ ਬਣੇ, ਤਿਆਰ ਬਰ ਤਿਆਰ ਸਿੰਘ ਬਣੇ। ਤੇ ਪਿਆਰਿਓ ਅੱਜ ਜਦੋਂ ਆਪਾਂ ਕਕਾਰਾਂ ਦੀ ਗੱਲ ਕਰਦੇ ਹਾਂ ਜਾਂ ਹਥਿਆਰਾਂ ਦੀ ਗੱਲ ਕਰਦੇ ਹਾਂ, ਪਿਆਰਿਓ ਪਹਿਲਾਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ ਤੇ ਸਤਿਗੁਰੂ ਜੀ ਨੇ ਅਕਾਲ ਤਖਤ ਸਾਹਿਬ ਦੀ ਉਸਾਰਨਾ ਕੀਤਾ ਤੇ ਸਤਿਗੁਰੂ ਜੀ ਨੇ ਅਕਾਲ ਤਖਤ ਸਾਹਿਬ ਤੇ ਖਲੋ ਕੇ ਪਿਆਰਿਓ 3 ਗੱਲਾਂ ਕਹੀਆਂ ਸੀ, ਗੁਰੂ ਕੇ ਸਿੱਖੋ ਅਸੀਂ ਵਸਾਰ ਦਿੱਤੀਆਂ। ਉਹ 3 ਗੱਲਾਂ ਕਿਹੜੀਆਂ ਨੇ? ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਤੇ ਖਲੋ ਕੇ ਇਹ ਕਿਹਾ ਸੀ ਕਿ ਮੈਨੂੰ ਨੌਜਵਾਨੀ ਚਾਹੀਦੀ ਹੈ। ਦੂਸਰੀ ਮੰਗ ਸਤਿਗੁਰੂ ਜੀ ਨੇ ਕੀਤੀ ਸੀ ਕਿ ਭਾਈ ਚੰਗੇ ਘੋੜੇ ਚਾਹੀਦੇ ਹੈ। ਤੇ ਤੀਸਰੀ ਮੰਗ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੀਤੀ ਕਿ ਮੈਨੂੰ ਹਥਿਆਰ ਵੀ ਚੰਗੇ ਚਾਹੀਦੇ ਹੈ। ਤੇ ਪਿਆਰਿਓ ਸਤਿਗੁਰੂ ਜੀ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ। ਤੇ ਮੈਂ ਬੇਨਤੀ ਕਰਾਂ, ਜਦੋਂ ਤੁਸੀਂ ਆਨੰਦਪੁਰ ਸਾਹਿਬ ਦਾ ਮਤਾ ਪੜ੍ਹੋਗੇ, ਉਸ ਮਤੇ ਦੇ ਅੰਦਰ ਜਿਹੜਾ ਰਾਜਨੀਤਿਕ ਮਤਾ ਹੈ ਪਿਆਰਿਓ, ਉਸ ਮਤੇ ਦੇ ਅੰਦਰ ਲਿਖਿਆ ਹੋਇਆ ਹੈ ਕਿ ਗੁਰੂ ਕੇ ਸਿੱਖਾਂ ਨੂੰ ਰਾਫਲ, ਪਿਸਤੌਲ, ਕਿਰਪਾਨ ਜਾਂ ਇਸ ਤਰ੍ਹਾਂ ਦੇ ਹਥਿਆਰ ਬਿਨਾਂ ਲਾਇਸੈਂਸ ਤੋਂ ਰੱਖਣ ਦੀ ਮੰਗ ਹੈ। ਤੇ ਪਿਆਰਿਓ ਉਹਨੂੰ ਕੱਲਾ ਰਜਿਸਟਰ ਕਰਵਾਉਣ ਦੀ ਮੰਗ ਸੀ। ਪਰ ਅੱਜ ਜਦੋਂ ਆਪਾਂ ਵੇਖਦੇ ਹਾਂ, ਸਿੰਘ ਸਾਹਿਬਾਨ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਭਾਈ ਹਰ ਗੁਰੂ ਕਾ ਸਿੱਖ ਆਪਣੇ ਵਾਸਤੇ, ਆਪਣੀ ਰੱਖਿਆ ਵਾਸਤੇ ਇੱਕ ਹਥਿਆਰ, ਲਾਇਸੈਂਸ ਹਥਿਆਰ ਰੱਖੇ। ਤੇ ਪਿਆਰਿਓ ਕਈਆਂ ਵੱਲੋਂ ਵਿਰੋਧ ਕੀਤਾ ਗਿਆ। ਪਰ ਮੈਨੂੰ ਬੇਨਤੀ ਅੱਜ ਗੁਰੂ ਕੇ ਸਿੱਖੋ, ਸਤਿਗੁਰੂ ਜੀ ਨੇ ਤਾਂ ਸ਼ਾਸਤਰਾਂ ਨੂੰ ਪੀਰ ਕਹਿ ਕੇ ਸੰਬੋਧਨ ਕੀਤਾ। ਸਤਿਗੁਰੂ ਜੀ ਨੇ ਅਕਾਲ ਤਖਤ ਸਾਹਿਬ ਦੀ ਜਗ੍ਹਾ ਤੇ ਖਲੋ ਕੇ, ਸਥਾਨ ਤੇ ਖਲੋ ਕੇ ਸ਼ਾਸਤਰਾਂ ਦੀ ਗੱਲ ਕੀਤੀ। ਪਰ ਅੱਜ ਸਿੱਖ ਇੰਨਾ ਕੁ ਕਮਜ਼ੋਰ ਕਿਉਂ ਹੋ ਗਿਆ ਕਿ ਉਹ ਸ਼ਾਸਤਰਾਂ ਦੀ ਗੱਲ ਕਰਨ ਤੋਂ ਡਰਦਾ ਪਿਆ ਹੈ। ਸੋ ਮੈਂ ਬੇਨਤੀ ਕਰਾਂ, ਮੈਂ ਇੱਕ ਘਟਨਾ ਸਾਂਝੀ ਕਰਾਂਗਾ। ਅਸੀਂ ਕਿਸੇ ਦੇ ਨਾਲ ਧੱਕਾ ਕਰਨ ਦੇ ਲਈ ਨਹੀਂ, ਕਿਸੇ ਨੂੰ ਮਾਰਨ ਦੇ ਲਈ ਨਹੀਂ, ਕਿਸੇ ਤੇ ਡਾਕਾਬੰਦੀ ਕਰਨ ਦੇ ਲਈ ਨਹੀਂ, ਬਲਕਿ ਸ਼ਾਸਤਰ ਤਾਂ ਸਾਡੀ ਆਪਣੀ ਰੱਖਿਆ ਵਾਸਤੇ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਪਿਆਰਿਓ ਧਰਮ ਦੀ ਰੱਖਿਆ ਦੇ ਵਾਸਤੇ ਸੀਸ ਕੁਰਬਾਨ ਕਰ ਦਿੱਤਾ। ਸਤਿਗੁਰੂ ਜੀ ਦੇ ਵਚਨ ਹੈ, ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਣ। ਭਾਈ ਨਾ ਕਿਸੇ ਤੋਂ ਡਰਨਾ, ਨਾ ਕਿਸੇ ਨੂੰ ਡਰਾਉਣਾ। ਤੇ ਮੈਂ ਸਵੈ ਰੱਖਿਆ ਦੀ ਗੱਲ ਕਰਦਾ ਹਾਂ। ਪਿਆਰਿਓ ਜਲੰਧਰ ਦੇ ਕੋਲ ਇੱਕ ਨਗਰ ਹੈ ਤਲਵਣ। ਤਲਵਣ ਦੇ ਅੰਦਰ ਇੱਕ ਬੀਬੀ ਰਹਿੰਦੀ ਹੈ, ਜਿਸ ਬੀਬੀ ਦਾ ਨਾਂ ਸੀ ਬੀਬੀ ਦੀਪ ਕੌਰ। ਬੀਬੀ ਦੀਪ ਕੌਰ ਦਾ ਜਿਹੜਾ ਪਤੀ ਹੈ ਉਹ ਪਿਆਰਿਓ ਸਤਿਗੁਰੂ ਦੇ ਲੰਗਰਾਂ ਦੇ ਵਿੱਚ ਜਾ ਕੇ ਸੇਵਾ ਕਰਦਾ ਹੈ। ਕਈ ਦਿਨ ਆਨੰਦਪੁਰ ਸਾਹਿਬ ਜਾ ਕੇ ਸੇਵਾ ਕਰਦਾ ਹੈ। ਤੇ ਘਰ ਦੇ ਵਿੱਚ ਪਿਆਰਿਓ ਜਿਹੜੀ ਸੱਸ ਮਾਂ ਸੀ
ਸਹੁਰਾ ਪਿਤਾ ਸੀ ਉਹ ਕੂਚ ਕਰ ਗਏ ਤੇ ਬੀਬੀ ਦੀਪ ਕੌਰ ਇਕੱਲੀ ਹੀ ਨਗਰ ਵਿੱਚ ਰਹਿ ਰਹੀ ਹੈ। ਇੱਕ ਦਿਨ ਇਸ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਕਿ ਗੁਰੂ ਕੀ ਸੰਗਤ ਕਾਬਲ ਤੋਂ ਚੱਲੀ ਹੋਈ ਹੈ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਰਹੀ ਹੈ। ਤੇ ਪਿਆਰਿਓ, ਇਸ ਸਮੇਂ ਉਹ ਤਿਆਰ ਹੋ ਕੇ ਬੀਬੀ ਰਸਤੇ ਤੇ ਆ ਕੇ ਖਲੋਗੀ ਤੇ 4 ਪਠਾਨ ਨੂੰ ਆਉਂਦਿਆਂ ਹੋਇਆਂ ਵੇਖਿਆ। ਬੀਬੀ ਨੂੰ ਭੁਲੇਖਾ ਪੈ ਗਿਆ ਕਿ ਗੁਰੂ ਕੀ ਸੰਗਤ ਆ ਰਹੀ ਹੈ ਤੇ ਉਸਨੇ ਪਿਆਰਿਓ ਬੜੇ ਸਤਿਕਾਰ ਦੇ ਨਾਲ ਹੱਥ ਜੋੜ ਕੇ ਉਡੀਕ ਕੀਤੀ, ਪਰ ਜਦੋਂ ਨੇੜੇ ਆ ਕੇ ਵੇਖਿਆ ਤੇ 4 ਪਠਾਨ ਸੀ। ਬੀਬੀ ਬੜੀ ਸੁੰਦਰ ਸੀ, ਬੜੀ ਸਬੀਲ ਸੀ। ਤੇ ਪਿਆਰਿਓ, ਜਿਸ ਸਮੇਂ ਹੁਣ ਬੀਬੀ ਦੇ ਕੋਲ ਪਹੁੰਚੇ ਤੇ ਉਹਨਾਂ ਨੇ ਬੀਬੀ ਦੇ ਨਾਲ ਧੱਕਾ ਕੀਤਾ, ਜ਼ਬਰਦਸਤੀ ਕੀਤੀ। ਉਹਨੂੰ ਕਹਿਣ ਲੱਗੇ ਵੀ ਤੂੰ ਸਾਡੇ ਨਾਲ ਚੱਲ, ਸਾਡੀ ਪਤਨੀ ਬਣ ਜਾ, ਤੈਨੂੰ ਮਹਿਲਾਂ ਦੇ ਵਿੱਚ ਬੜੇ ਪਿਆਰ ਨਾਲ ਰੱਖਾਂਗੇ, ਤੇਰਾ ਸਤਿਕਾਰ ਕਰਾਂਗੇ। ਤੇ ਪਿਆਰਿਓ, ਬੀਬੀ ਨੇ ਇਨਕਾਰ ਕੀਤਾ, ਕਹਿਣ ਲੱਗੀ ਭਾਈ ਮੈਂ ਤੇ ਵਿਆਹੀ ਹੋਈ ਹਾਂ, ਮੇਰਾ ਪਤੀ ਹੈ, ਸੋ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਆਪਣੇ ਰਸਤੇ ਤੋਂ ਅੱਗੇ ਗੁਜ਼ਰ ਜਾਵੋ। ਤੇ ਪਿਆਰਿਓ, ਜਦੋਂ ਇਹ ਗੱਲ ਕਹੀ, ਉਹਨਾਂ ਨੇ ਬੀਬੀ ਦੀ ਬਾਂਹ ਨੂੰ ਪਕੜਿਆ ਤੇ ਧੱਕਾ ਕਰਨਾ ਸ਼ੁਰੂ ਕਰ ਦਿੱਤਾ। ਬੀਬੀ ਨੇ ਆਪਣੀ 3 ਫੁੱਟੀ ਕਿਰਪਾਨ ਦੇ ਵਿੱਚੋਂ, ਮਿਆਨ ਦੇ ਵਿੱਚੋਂ ਕਿਰਪਾਨ ਕੱਢੀ ਤੇ ਪਿਆਰਿਓ, ਚਾਰੇ ਦੇ ਚਾਰੇ ਦੁਸ਼ਟਾਂ ਨੂੰ ਸੋਧ ਦਿੱਤਾ ਤੇ ਬੀਬੀ ਦੇ ਵਿੱਚ ਫੱਟੜ ਹੋਈ। ਗੁਰੂ ਕੀ ਸੰਗਤ ਇੰਨੇ ਨੂੰ ਆ ਜਾਂਦੀ ਹੈ ਤੇ ਪਿਆਰਿਓ, ਬੀਬੀ ਨੂੰ ਚੁੱਕਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਲਿਜਾਇਆ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਬੀਬੀ ਦੀਪ ਕੌਰ ਨੂੰ ਪੁੱਤਰੀ ਹੋਣ ਦਾ ਮਾਣ ਬਖਸ਼ਿਸ਼ ਕੀਤਾ ਕਿ ਮੇਰੀ ਪੁੱਤਰੀ ਹੈ। ਇਸੇ ਲਈ ਪਿਆਰਿਓ, ਜਿਹੜਾ ਗੁਰੂ ਕੇ ਸਿੱਖ ਦਾ ਸ਼ਸਤਰ ਹੈ ਨਾ, ਗੁਰੂ ਕੇ ਸਿੱਖ ਦੇ ਕੋਲ ਹਥਿਆਰ ਹੈ, ਉਹ ਕਿਸੇ ਨਾਲ ਧੱਕਾ ਕਰਨਾ ਨਹੀਂ, ਉਸ ਦੇ ਨਾਲ ਕਿਸੇ ਨੂੰ ਲੁੱਟਿਆ ਨਹੀਂ ਜਾਂਦਾ, ਬਲਕਿ ਆਪਣੀ ਰੱਖਿਆ ਕਰਨ ਦੇ ਲਈ ਹਥਿਆਰ ਜ਼ਰੂਰੀ ਹੈ। ਵੈਸੇ ਜੇ ਗੱਲ ਕਰੀਏ ਪਿਆਰਿਓ, ਕਿਸੇ ਨੇ ਆਪਣੀ ਕੁੱਲ ਕੋਈ ਦੱਸੀ, ਕਿਸੇ ਨੇ ਆਪਣੀ ਕੁੱਲ ਕੋਈ ਦੱਸੀ, ਪਰ ਸਤਿਗੁਰੂ ਕੇ ਸਿੱਖਾਂ ਦੀ ਜਦੋਂ ਕੁੱਲ ਦੀ ਗੱਲ ਚੱਲਦੀ ਹੈ ਤੇ ਪਿਆਰਿਓ, ਉਦੋਂ ਖੰਡਾ ਕੁੱਲ ਸ਼ੁਰੂ ਹੁੰਦੀ ਹੈ। ਖੰਡਾ ਕੁੱਲ ਦਾ ਭਾਵ ਹੈ ਕਿ ਗੁਰੂ ਨੇ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ ਤੇ ਪਿਆਰਿਓ ਖੰਡਾ ਕੁੱਲ ਸ਼ੁਰੂ ਕਰ ਦਿੱਤੀ ਹੈ। ਮੈਂ ਬੇਨਤੀ ਕਰਾਂ, ਗੁਰੂ ਕੇ ਸਿੱਖੋ, ਆਪਣੀ ਸਵੈ ਰੱਖਿਆ ਵਾਸਤੇ ਕਿਰਪਾਨ ਰੱਖਣੀ ਕੋਈ ਗੁਨਾਹ ਨਹੀਂ ਹੈ। ਆਪਣੇ ਗਾਤਰੇ ਕੁਰਬਾਨ ਰੱਖਣੀ, ਆਪਣੇ ਕੋਲੇ ਸ਼ਾਸਤਰ ਰੱਖਣਾ ਆਪਣੀ ਸਵੈ ਰੱਖਿਆ ਵਾਸਤੇ ਕੋਈ ਗੁਨਾਹ ਨਹੀਂ। ਇਹ ਤੇ ਸਾਡੇ ਗੁਰੂ ਦਾ ਹੁਕਮ ਹੈ। ਤੇ ਮੈਂ ਦੂਸਰੀ ਬੇਨਤੀ ਕਰਾਂ, ਕੁਝ ਮਿੰਟ ਬਾਕੀ ਨੇ, ਇਹ ਵੀ ਬੇਨਤੀ ਕਰਾਂ ਕਿ ਗੁਰੂ ਕੇ ਸਿੱਖੋ, ਅੱਜ ਜਦੋਂ ਆਪਾਂ ਵੇਖਦੇ ਹਾਂ ਪਿਆਰਿਓ, ਗੈਰ ਸਿੱਖਾਂ ਨੂੰ ਆਪਣੇ ਵਿੱਚ ਪ੍ਰਵੇਸ਼ ਕਰਨ ਦਾ ਪ੍ਰਚਾਰ ਤਾਂ ਕੀ ਕਰਨਾ ਹੈ। ਅੱਜ ਸਿੱਖਾਂ ਦੇ ਪਰਿਵਾਰਾਂ ਦੇ ਵਿੱਚੋਂ ਹੀ ਜਿਹੜੇ ਸਾਡੇ ਨੌਜਵਾਨ ਹੈ, ਉਹ ਅੱਜ ਪਿਆਰਿਓ ਆਪ ਕੇਸਾਂ ਦਾ ਕਾਤਲ ਕਰ ਰਹੇ ਹੈ। ਕਿਤੇ ਉਹ 21 ਸਾਲਾਂ ਦਾ ਨੌਜਵਾਨ ਗੱਭਰੂ ਭਾਈ ਤਾਰੂ ਸਿੰਘ ਜੀ ਪਿਆਰਿਓ, ਜਿਨ੍ਹਾਂ ਨੇ ਆਪਣੇ ਕੇਸਾਂ ਨੂੰ ਕੈਂਚੀ ਨਹੀਂ ਲਵਾਈ, ਬਲਕਿ ਜ਼ਕਰੀਆ ਖਾਨ ਨੂੰ ਇਹ ਗੱਲ ਕਹਿ ਦਿੱਤੀ ਕਿ ਜ਼ਕਰੀਆ ਖਾਨ, ਮੇਰੀ ਖੋਪੜੀ ਤਾਂ ਤੂੰ ਲਾ ਲਵੇਂ, ਕੋਈ ਦੁੱਖ ਨਹੀਂ, ਪਰ ਮੈਂ ਆਪਣੇ ਕੇਸਾਂ ਨੂੰ ਹੱਥ ਨਹੀਂ ਲਾਉਣ ਦੇਵਾਂਗਾ। ਦੂਸਰੀ ਬੇਨਤੀ ਪਿਆਰਿਓ, ਸ਼ਹੀਦਾਂ ਦੇ ਅੰਦਰ ਇੱਕ ਗੁਰੂ ਕਾ ਪਿਆਰਾ ਸਿੱਖ ਸ਼ਹੀਦ ਹੋਇਆ, ਜਿਨ੍ਹਾਂ ਨੂੰ ਸਤਿਕਾਰ ਦੇ ਨਾਲ ਭਾਈ ਤਾਰਾ ਸਿੰਘ ਬਾਂਹ ਕਿਹਾ ਜਾਂਦਾ ਹੈ। ਭਾਈ ਤਾਰਾ ਸਿੰਘ ਬਾਂਹ ਪਿੰਡ ਦੇ ਵਿੱਚ ਜਦੋਂ ਰਹਿੰਦੇ ਹੈ ਪਿਆਰਿਓ, ਖੇਤੀ ਕਰਦੇ ਹੈ। ਜਿੰਨੀ ਫਸਲ ਪੈਦਾ ਹੁੰਦੀ ਹੈ ਉਸ ਨੂੰ ਆਟੇ ਦੇ ਰੂਪ ਵਿੱਚ ਤਿਆਰ ਕਰਕੇ ਗੁਰੂ ਕੇ ਸਿੱਖਾਂ ਦੇ ਵਾਸਤੇ ਲੰਗਰ ਲਾ ਦਿੱਤਾ ਜਾਂਦਾ ਹੈ। ਸਾਹਿਬ ਰਾਏ ਚੌਧਰੀ, ਪੱਟੀ ਦਾ ਚੌਧਰੀ ਪਿਆਰਿਓ, ਸਿੱਖਾਂ ਦੀਆਂ ਫਸਲਾਂ ਨੂੰ ਉਜਾੜਨ ਦੇ ਵਾਸਤੇ ਆਪਣੇ ਘੋੜੇ ਛੱਡ ਦਿੰਦਾ ਹੈ। ਤੇ ਪਿਆਰਿਓ, ਗੁਰੂ ਕੇ ਸਿੱਖਾਂ ਨੇ ਬੜੀ ਨਿਮਰਤਾ ਦੇ ਨਾਲ ਜਾ ਕੇ ਬੇਨਤੀ ਕਰੀ ਕਿ ਸਾਹਿਬ ਰਾਏ ਚੌਧਰੀ ਜੀ, ਤੁਹਾਡੇ ਘੋੜੇ ਸਾਡੀਆਂ ਫਸਲਾਂ ਨੂੰ ਉਜਾੜ ਦਿੰਦੇ ਹੈ, ਸੋ ਕਿਰਪਾ ਕਰਕੇ ਇਹਨਾਂ ਦੇ ਗਲਾਂ ਦੇ ਵਿੱਚ ਰੱਸੇ ਪਾ ਲਵੋ। ਤੇ ਬੜੇ ਹੰਕਾਰ ਦੇ ਬੋਲ ਬੋਲਦਾ ਸਾਹਿਬ ਰਾਏ ਚੌਧਰੀ ਕਹਿਣ ਲੱਗਾ, ਭਾਈ ਮੇਰੇ ਕੋਲ ਰੱਸੇ ਨਹੀਂ ਹੈ, ਜਦੋਂ ਮੇਰੇ ਕੋਲ ਰੱਸੇ ਆ ਜਾਣਗੇ ਤੇ ਉਸ ਸਮੇਂ ਮੈਂ ਆਪਣੇ ਘੋੜਿਆਂ ਦੇ ਗਲਾਂ ਵਿੱਚ ਪਾ ਲਵਾਂਗਾ।
ਗੁਰੂ ਕੇ ਸਿੱਖ ਕਹਿਣ ਲੱਗੇ ਜੀ ਰੱਸੇ ਤੇ ਤੁਹਾਨੂੰ ਅਸੀਂ ਲਿਆ ਦਿੰਨੇ ਹਾਂ, ਵੈਸੇ ਤੇ ਤੁਹਾਡੇ ਕੋਲ ਵੀ ਬਹੁਤ ਮਾਇਆ ਹੈ, ਤੁਸੀਂ ਆਪਣੇ ਰੱਸੇ ਮੰਗਵਾ ਕੇ ਤੇ ਇਹਨਾਂ ਦੇ ਗਲਾਂ 'ਚ ਪਾ ਲਵੋ। ਤਾਂ ਪਿਆਰਿਓ ਸਾਹਿਬ ਰਾਏ ਚੌਧਰੀ ਬੜੇ ਹੰਕਾਰ ਦੇ ਬੋਲ ਬੋਲਦਾ ਹੈ, ਕਹਿਣ ਲੱਗਾ ਮੈਂ ਰੱਸਿਆਂ ਦੀ ਗੱਲ ਨਹੀਂ ਕਰਦਾ, ਜਿਹੜੇ ਰੱਸਿਆਂ ਦੀ ਤੁਸੀਂ ਗੱਲ ਕਰਦੇ ਹੋ, ਕਿਤੇ ਸਮਾਂ ਆਵੇਗਾ ਮੈਂ ਗੁਰੂ ਕੇ ਸਿੱਖਾਂ ਦੇ ਕੇਸ ਕਤਲ ਕਰਾਂਗਾ ਤੇ ਕੱਟੇ ਹੋਏ ਕੇਸਾਂ ਦੇ ਕਾਤਲ ਹੋਏ ਕੇਸਾਂ ਤੋਂ ਮੈਂ ਰੱਸੀਆਂ ਵਟਾਂਗਾ, ਉਹਨਾਂ ਰੱਸੀਆਂ ਨੂੰ ਫਿਰ ਮੈਂ ਘੋੜਿਆਂ ਦੇ ਗਲਾਂ ਵਿੱਚ ਪਾਵਾਂਗਾ। ਪਿਆਰਿਓ ਗੁਰੂ ਕੇ ਸਿੱਖ ਚੁੱਪਚਾਪ ਵਾਪਸ ਮੁੜੇ। ਦੂਸਰੇ ਦਿਨ ਸਾਹਿਬ ਰਾਏ ਚੌਧਰੀ ਨੇ ਘੋੜੀਆਂ ਛੱਡੀਆਂ, ਗੁਰੂ ਕੇ ਸਿੱਖਾਂ ਨੇ ਘੋੜੀਆਂ ਨੂੰ ਚੁੱਕਿਆ ਤੇ ਮਾਲਵੇ ਵਿੱਚ ਵੇਚ ਦਿੱਤਾ। ਉਸ ਤੋਂ ਬਾਅਦ ਸਾਹਿਬ ਰਾਏ ਚੌਧਰੀ ਲਾਹੌਰ ਤੋਂ ਫੌਜ ਲੈ ਕੇ ਆਉਂਦਾ ਹੈ। ਭਾਈ ਤਾਰਾ ਸਿੰਘ ਬਾਨ ਦੇ ਡੇਰੇ ਤੇ ਹਮਲਾ ਕੀਤਾ ਗਿਆ ਤੇ ਪਿਆਰਿਓ ਹਮਲੇ ਦੇ ਵਿੱਚ ਕਈ ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਗੁਰੂ ਕੇ ਸਿੱਖੋ, ਇਹ ਤੁਹਾਡਾ ਇਤਿਹਾਸ ਹੈ। ਜੇਕਰ ਕੋਈ ਕੇਸਾਂ ਦੇ ਲਈ ਮੰਦਾ ਸ਼ਬਦ ਵੀ ਬੋਲਦਾ ਹੈ ਤੇ ਗੁਰੂ ਕੇ ਸਿੱਖ ਬਰਦਾਸ਼ਤ ਨਹੀਂ ਕਰਦੇ, ਪਰ ਅੱਜ ਸਾਡੇ ਬੱਚੇ, ਸਾਡੀਆਂ ਬੱਚੀਆਂ, ਸਾਡੇ ਨੌਜਵਾਨ ਅੱਜ ਪਿਆਰਿਓ ਧੜਾ ਧੜ ਕੇਸਾਂ ਦਾ ਕਾਤਲ ਕਰ ਰਹੇ ਹੈ। ਸੋ ਆਓ ਮੈਂ ਬੇਨਤੀ ਕਰਦਾ, ਗੁਰੂ ਤੇ ਭਰੋਸਾ ਰੱਖਿਓ, ਗੁਰੂ ਤੇ ਵਿਸ਼ਵਾਸ ਰੱਖੋ। ਗੁਰੂ ਬੜੀ ਵੱਡੀ ਬਖਸ਼ਿਸ਼ ਹੈ, ਗੁਰੂ ਬੜੀ ਵੱਡੀ ਕਰਾਮਾਤ ਹੈ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਇੱਕ ਦੌਰ ਆਇਆ ਗੁਰੂ ਕੇ ਸਿੱਖਾਂ ਤੇ, ਤਕਰੀਬਨ ਇਹ 18ਵੀਂ ਤੇ 19ਵੀਂ ਸਦੀ ਦੇ ਦਰਮਿਆਨ ਦੀ ਘਟਨਾ ਹੈ। ਇੱਕ ਸਮਾਂ ਆਇਆ ਜਦੋਂ ਪੰਜਾਬ ਦੇ ਵਿੱਚ ਈਸਾਈਅਤ ਦਾ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ। ਚਾਰੇ ਪਾਸੇ ਈਸਾਈਅਤ ਦਾ ਬੋਲਬਾਲਾ ਹੋਣ ਲੱਗਾ। ਇੱਥੋਂ ਤੱਕ ਗੱਲ ਪਹੁੰਚ ਗਈ ਪਿਆਰਿਓ ਕਿ ਹਰਿਮੰਦਰ ਸਾਹਿਬ ਦੇ ਉੱਤੇ ਵੀ ਕਬਜ਼ਾ ਕਰਨ ਦੀ ਨੀਅਤ ਬਣਾ ਲਈ ਹੈ। ਈਸਾਈ ਲੋਕਾਂ ਨੇ ਇਕੱਠ ਕੀਤਾ ਕਿ ਹਰਿਮੰਦਰ ਸਾਹਿਬ ਦੀ ਬੋਲੀ ਲਾ ਕੇ ਉਸ ਤੋਂ ਬਾਅਦ ਇਸ ਨੂੰ ਚਰਚ ਬਣਾਇਆ ਜਾਵੇ। ਪਿਆਰਿਓ ਇਹ ਜਿਹੜੇ ਬੋਲ ਹੈ, ਜਦੋਂ ਤੁਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਵੋਗੇ, ਜਿਹੜੀ ਮੇਨ ਡਿਊਟੀ ਆ ਨਾ, ਉਸ ਡਿਊਟੀ ਤੇ ਇੱਕ ਸ਼ਬਦ ਲਿਖਿਆ ਹੋਇਆ, ਕਹਿੰਦੇ ਜਿਸ ਸਮੇਂ ਈਸਾਈ ਲੋਕ ਇਕੱਠੇ ਹੋਏ ਤੇ ਵਿਚਾਰ ਕੀਤੀ ਜਾ ਰਹੀ ਸੀ ਕਿ ਹਰਿਮੰਦਰ ਸਾਹਿਬ ਨੂੰ ਚਰਚ ਬਣਾਉਣਾ ਤੇ ਪਿਆਰਿਓ ਉਸ ਸਮੇਂ ਸਤਿਗੁਰੂ ਨੇ ਕਲਾ ਬਖਸ਼ਿਸ਼ ਕੀਤੀ, ਕਲਾ ਵਰਤਾਈ। ਤੇ ਪਿਆਰਿਓ ਕਲਾ ਕੀ ਵਾਪਰਦੀ ਹੈ, ਸੱਚਖੰਡ ਦੇ ਵਿੱਚੋਂ ਇੱਕ ਅੱਗ ਦਾ ਗੋਲਾ ਕਹਿੰਦੇ ਬੜਿਆ ਤੇਜ਼ੀ ਦੇ ਨਾਲ ਨਿਕਲਿਆ ਤੇ ਪਿਆਰਿਓ ਜਿੱਥੇ ਈਸਾਈ ਲੋਕ ਚਰਚਾ ਕਰ ਰਹੇ ਸੀ ਉਹਨਾਂ ਦੇ ਸਿਰਾਂ ਦੇ ਉੱਤੇ ਜਾ ਕੇ ਫਟ ਗਿਆ। ਈਸਾਈ ਜਿਹੜੇ ਲੋਕ ਸੀ ਉਹ ਇੱਥੋਂ ਦੌੜ ਜਾਂਦੇ। ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਇਹਨਾਂ ਨੇ ਕਦੇ ਸੋਚੀ ਨਹੀਂ। ਪਿਆਰਿਓ ਥੋੜ੍ਹੇ ਦਿਨ ਪਹਿਲਾਂ ਹੀ ਸਾਡੇ ਅਤੀ ਸਤਿਕਾਰਯੋਗ ਜਿਨ੍ਹਾਂ ਨੂੰ ਪਦਮ ਸ਼੍ਰੀ ਦਾ ਖਿਤਾਬ ਭਾਰਤ ਸਰਕਾਰ ਦੇ ਵੱਲੋਂ ਪ੍ਰਾਪਤ ਹੋਇਆ ਹੈ, ਪਿਆਰਿਓ ਸਰਦਾਰ ਜਗਜੀਤ ਸਿੰਘ ਜੀ ਦਰਦੀ, ਉਹਨਾਂ ਨਾਲ ਵਿਚਾਰਾਂ ਹੋਈਆਂ ਸੀ। ਉਹਨਾਂ ਨੇ ਬੜੇ ਮਾਣ ਦੇ ਨਾਲ ਇਹ ਗੱਲ ਕਹੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਰੱਖਿਓ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ 'ਤੇ ਵਿਸ਼ਵਾਸ ਰੱਖਿਓ। ਜਿਹੜੇ ਅੱਜ ਕਹਿੰਦੇ ਆ ਇਹ ਨਹੀਂ ਹੋ ਸਕਦਾ, ਸੱਚ ਕਰਕੇ ਜਾਣਿਓ ਸਤਿਗੁਰੂ ਉਹ ਕਰ ਸਕਦਾ ਜਿਹੜਾ ਦੁਨੀਆ 'ਤੇ ਸੋਚਿਆ ਵੀ ਨਹੀਂ ਹੁੰਦਾ। ਇੱਥੇ ਸਤਿਗੁਰੂ ਜੀ ਕਹਿੰਦੇ ਆ ਰਾਮ ਨਾਮ ਔਰ ਮੈਂ ਗਹਿਓ ਜਾਂ ਕੈ ਸਮ ਨਹੀਂ ਕੋਈ। ਸਤਿਗੁਰੂ ਜੀ ਕਹਿੰਦੇ ਆ ਭਾਈ ਜਿਨ੍ਹਾਂ ਨੇ ਉਸ ਵਾਹਿਗੁਰੂ ਦਾ ਆਪਣੇ ਹਿਰਦੇ ਵਿੱਚ ਨਾਮ ਵਸਾਲਿਆ ਉਸ ਦੇ ਬਰਾਬਰ ਦਾ ਦੁਨੀਆ 'ਤੇ ਕੋਈ ਨਹੀਂ। ਗੁਰੂ ਮਿਹਰ ਕਰੇ ਸਾਨੂੰ ਕਿਤੇ ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ। ਕੱਚਿਆ ਅਸੀਂ ਕੱਚੇ ਨਾ ਬਣੀਏ, ਗੁਰੂ ਦੇ ਦਰ 'ਤੇ ਨਾਲ ਹਿਰਦੇ ਤੋਂ ਜੁੜ ਜਾਈਏ। ਪਿੰਡਾਂ ਦੇ ਅੰਦਰ ਗੁਰਦੁਆਰਿਆਂ ਦੇ ਅੰਦਰ ਸਾਰੇ ਪ੍ਰਬੰਧਕ ਵੀਰ ਉਪਰਾਲਾ ਕਰਨ, ਹਰ ਪਿੰਡ ਵਿੱਚ ਹਰ ਗੁਰਦੁਆਰੇ ਵਿੱਚ ਪਿਆਰਿਓ ਕੈਂਪ ਲਾਏ ਜਾਣ। ਦਿੱਲੀ ਸਿੱਖ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਵੱਲੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੜੇ ਵੱਡੇ ਪੱਧਰ 'ਤੇ ਪਿਆਰਿਓ 8-8 ਦਿਨਾਂ ਦੇ ਗੁਰਮਤਿ ਕੈਂਪ ਲਾਏ ਜਾ ਰਹੇ ਹੈ। ਜੇਕਰ ਸੰਗਤਾਂ ਨੇ ਆਪਣੇ ਨਗਰਾਂ ਦੇ ਵਿੱਚ ਕੈਂਪ ਲਵਾਉਣੇ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ
ਜੋ ਤਖਤ ਨੇ ਉੱਥੇ ਇੰਚਾਰਜ ਨੇ, ਉਹਨਾਂ ਦੇ ਨਾਲ ਆਪ ਸੰਪਰਕ ਕਰ ਸਕਦੇ ਹੋ। ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਕੋਟਾਨਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਨਿਮਾਣੇ ਨੂੰ ਮਾਣ ਬਖਸ਼ਿਸ਼ ਕੀਤਾ। ਸਿੰਘ ਸਾਹਿਬਾਨ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਿਆਰਿਓ, ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰੀ ਸਮੂਹ ਸੰਗਤ ਦਾ ਧੰਨਵਾਦ। ਅਕਾਲ ਪੁਰਖ ਵਾਹਿਗੁਰੂ ਮਿਹਰ ਕਰਨ, ਦਾਸ ਦੀਆਂ ਹੋਈਆਂ ਗਲਤੀਆਂ ਨੂੰ ਝੋਲੀ ਵਿੱਚ ਪਾ ਦੇਣਾ, ਗੁਰੂ ਦੀਆਂ ਗੱਲਾਂ ਜਾਣ ਕੇ ਆਪਣੇ ਹਿਰਦੇ ਵਿੱਚ ਵਸਾ ਲੈਣਾ ਤੇ ਅਰਦਾਸ ਕਰਨਾ ਕਿ ਸਤਿਗੁਰੂ ਸਾਨੂੰ ਵੀ ਸਿੱਖੀ ਦੀ ਦਾਤ ਬਖਸ਼ ਦੇਵੋ, ਸਾਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ ਦੇਵੋ, ਫਿਰ ਲੋਕ ਸੁਖੀਏ ਤੇ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।